ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਵੈਲਕਮ। ਸ਼ੁਕਰ ਹੈ ਵਾਹਿਗੁਰੂ ਜੀ ਦਾ। ਤੋ ਸੰਗਤ ਜੀ, ਅੱਜ ਅਸੀਂ ਵਿਚਾਰਾਂ ਕਰਾਂਗੇ ਕਿ ਕੱਲ ਨੂੰ 9 ਤਰੀਕ ਨੂੰ ਨਾ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਹੈ। ਔਰ 8ਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਸੋ ਅੱਜ ਅਸੀਂ ਸਤਿਗੁਰਾਂ ਦੇ ਇਤਿਹਾਸ ਵਿੱਚੋਂ ਬਹੁਤ ਕੁਝ ਸਾਨੂੰ ਮਿਲੂਗਾ। ਮਹਾਰਾਜ ਦੀਆਂ ਬਖਸ਼ਿਸ਼ਾਂ ਦੇਖਾਂਗੇ ਕਿੰਨੀਆਂ ਕਿੰਨੀਆਂ ਕਰਦੇ ਨੇ ਮਹਾਰਾਜ ਜੀ। ਔਰ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ, ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਇਸ ਤਰ੍ਹਾਂ ਹੈ ਸੰਗਤ ਜੀ। 10 ਜਾਮਿਆਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋਤ ਜਿਹੜੀ ਪ੍ਰਵੇਸ਼ ਕੀਤੀ। ਸੋ ਕਦੀ ਗੁਰਤਾ ਗੱਦੀ ਕਿਸੇ ਰੂਪ 'ਚ ਗਈ, ਕਦੀ ਕਿਸੇ ਰੂਪ ਵਿੱਚ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੀ ਗੁਰਤਾ ਗੱਦੀ ਦਿੱਤੀ, ਉਹ ਆਪਣੇ ਇੱਕ ਸੇਵਕ ਨੂੰ ਦਿੱਤੀ। ਆਪਣੇ 2 ਪੁੱਤਰ ਵੀ ਸੀਗੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨੂੰ ਨਹੀਂ ਦਿੱਤੀ। ਆਪਣੇ ਸੇਵਕ ਨੂੰ, ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ। ਅੱਗਿਓਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੂਜੇ ਪਾਤਸ਼ਾਹੀ, ਉਹਨਾਂ ਦੇ ਵੀ ਆਪਣੇ 2 ਪੁੱਤਰ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਉਹਨਾਂ ਨੂੰ ਵੀ ਨਹੀਂ ਦਿੰਦੇ ਉਹ ਆਪਣੇ ਪੁੱਤਰਾਂ ਨੂੰ। ਉਹ ਕਿਹਨੂੰ ਦੇ ਦਿੰਦੇ ਨੇ? ਆਪਣੇ ਕੁੜਮ ਨੂੰ ਦੇ ਦਿੰਦੇ ਨੇ, ਤੀਸਰੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਉਹਨਾਂ ਦੇ ਵੀ ਆਪਣੇ ਪੁੱਤਰ ਨੇ, ਲੇਕਿਨ ਉਹ ਕਿੱਥੇ ਦਿੰਦੇ ਨੇ? ਇਹ ਆਪਣੇ ਜਵਾਈ ਨੂੰ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ। ਔਰ ਚੌਥੇ ਪਾਤਸ਼ਾਹੀ ਉਹਨਾਂ ਦੇ 3 ਸਾਹਿਬਜ਼ਾਦੇ ਨੇ, ਉਹ ਸਭ ਤੋਂ ਛੋਟੇ ਪੁੱਤਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਗੁਰਤਾ ਗੱਦੀ ਦਿੰਦੇ ਨੇ। ਪੰਚਮ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੰਦੇ ਨੇ। ਅੱਗਿਓਂ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। 5 ਪੁੱਤਰ ਨੇ, ਉਹਨਾਂ ਦੀ ਇੱਕ ਬੇਟੀ ਹੈ। ਔਰ ਜਦੋਂ ਉਹਨਾਂ ਨੇ ਗੁਰਤਾ ਗੱਦੀ ਦੇਣੀ, 3 ਪੁੱਤਰ ਉਹਨਾਂ ਦੇ ਮੌਜੂਦ ਨੇ ਇਸ ਧਰਤੀ ਦੇ ਉੱਤੇ। ਆਪਣੇ ਪੁੱਤਰਾਂ ਨੂੰ ਨਹੀਂ ਦਿੰਦੇ, ਆਪਣੇ ਪੋਤਰੇ ਨੂੰ ਦਿੰਦੇ ਨੇ। ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ 6ਵੇਂ ਪਾਤਸ਼ਾਹੀ ਦੇ ਉਹ ਪੋਤਰੇ ਲੱਗਦੇ ਨੇ। 14 ਸਾਲ ਦਾ ਸਰੀਰਕ ਉਹਨਾਂ ਦਾ ਜੀਵਨ ਆ, ਉਦੋਂ ਉਹਨਾਂ ਨੂੰ ਗੁਰਤਾ ਗੱਦੀ ਦਿੰਦੇ ਨੇ। ਔਰ ਕਿਉਂ ਫਿਰ 7ਵੇਂ ਪਾਤਸ਼ਾਹੀ, ਉਹਨਾਂ ਦੇ ਵੀ 2 ਬੱਚੇ ਨੇ, ਬਾਬਾ ਰਾਮ ਰਾਏ ਜੀ ਤਾਂ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਉਹ ਆਪਣੇ ਛੋਟੇ ਪੁੱਤਰ ਨੂੰ, ਜਿਹਨਾਂ ਕਿ ਹਾਲੇ 5 ਸਾਲ ਦੀ ਸਰੀਰਕ ਉਮਰ ਹੈ, ਉਹਨਾਂ ਨੂੰ ਦੇ ਦਿੰਦੇ ਨੇ ਗੁਰਤਾ ਗੱਦੀ। ਔਰ ਫਿਰ ਦੇਖੋ ਅੱਗੋਂ ਕਮਾਲ ਗੁਰੂ ਨਾਨਕ ਦੇ ਘਰ ਦਾ। ਜੋ ਦਾਦਾ ਜੀ ਨੇ, ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਰਹੇ ਨੇ। ਅੱਗੋਂ ਪੋਤਰਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ, ਉਹ ਦਿੰਦੇ ਨੇ ਆਪਣੇ ਬਾਬੇ ਨੂੰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ। ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਹੈ। ਉਹ ਬਾਬਾ ਬਕਾਲੇ ਕਹਿ ਕੇ ਵਚਨ ਕਰ ਦਿੱਤਾ ਸੀ ਨਾ। ਤੋ 8 ਸਾਲਾਂ ਦੇ ਸਰੀਰਕ ਰੂਪ ਵਿੱਚ ਨੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ, ਤਾਂ ਆਪਣੇ ਬਾਬਾ ਜੀ ਨੂੰ, ਆਪਣੇ ਦਾਦਾ ਜੀ ਨੂੰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪਦੇ ਨੇ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲਾਂ ਦੇ ਨੇ ਉਦੋਂ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਨੰਦੇੜ ਦੀ ਧਰਤੀ ਦੇ ਉੱਤੇ ਸਾਨੂੰ ਸਾਰਿਆਂ ਨੂੰ ਹੁਕਮ ਕਰ ਗਿਆ ਕਿ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਣ ਗੁਰੂ ਦੀ ਜੋਤ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ, ਸਾਰੇ ਹੀ ਅੰਮ੍ਰਿਤ ਨੇ। ਇਹਦੇ ਵਿੱਚ ਇੱਕ ਅੰਮ੍ਰਿਤ ਨਹੀਂ, ਸਾਰੇ ਹੀ ਅੰਮ੍ਰਿਤ ਹੈ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਜੋ ਬਾਣੀ ਕਹਿ ਰਹੀ ਹੈ, ਉਹਨੂੰ ਅਸੀਂ ਮੰਨਣ ਕਰਨਾ ਹੈ। ਇਹ ਬਹੁਤ ਜ਼ਰੂਰੀ ਹੈ ਸੰਗਤ ਜੀ। ਤੋ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ, ਜਦੋਂ ਕਿ ਉਹਨਾਂ ਦੇ ਆਪਣੇ ਪਿਤਾ ਜੀ ਜਿਹੜੇ ਨੇ ਬਾਬਾ ਗੁਰਦਿੱਤਾ ਜੀ ਨੇ, ਔਰ ਮਾਤਾ ਜੀ ਮਾਤਾ ਨਿਹਾਲ ਕੌਰ ਜੀ ਨੇ। 6ਵੇਂ ਪਾਤਸ਼ਾਹੀ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ। 6ਵੇਂ ਪਾਤਸ਼ਾਹੀ ਦੇ ਸੰਤਾਨ ਜਿਹੜੀ ਹੈਗੀ, ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਦੂਸਰੇ ਨੰਬਰ ਤੇ ਬੇਟੀ ਹੈ ਉਹਨਾਂ ਦੀ ਬੀਬੀ ਵੀਰੋ ਜੀ, ਫਿਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਔਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਜਿਹੜੇ 6ਵੇਂ ਪਾਤਸ਼ਾਹੀ ਦੇ ਨੇ, ਉਹਨਾਂ ਦੇ ਸਪੁੱਤਰ ਨੇ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ। ਮਾਤਾ ਨਿਹਾਲ ਕੌਰ ਜੀ ਦੇ ਕੁੱਖ ਤੋਂ ਉਹਨਾਂ ਦਾ ਆਗਮਨ ਹੋਇਆ। ਤੇ ਪਤਨੀ ਜਿਨ੍ਹਾਂ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਹੋਏ ਨੇ, ਉਹ ਜਿਹੜੇ ਨੇ ਮਾਤਾ ਕਿਸ਼ਨ ਕੌਰ ਜੀ ਨੇ, ਜਿਹੜੇ ਕਿ 8ਵੇਂ ਪਾਤਸ਼ਾਹ ਦੇ ਮਾਤਾ ਜੀ ਹੋਏ ਨੇ।
ਸੋ 1630 ਵਿੱਚ ਸਤਿਗੁਰਾਂ ਦਾ ਆਗਮਨ ਹੋਇਆ, 1644 ਦੇ ਵਿੱਚ ਗੁਰਤਾ ਗੱਦੀ ਮਿਲੀ ਹੈ, ਤੇ ਜੋਤੀ ਜੋਤ ਜਿਹੜੇ 1661 ਦੇ ਵਿੱਚ ਜੋਤੀ ਜੋਤ ਸਮਾਏ ਨੇ। ਸੋ ਛੇਵੇਂ ਪਾਤਸ਼ਾਹੀ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਨ, ਤੇ ਕੀਰਤਪੁਰ ਸਾਹਿਬ ਇਹਨਾਂ ਦਾ ਆਗਮਨ ਕਿਵੇਂ ਹੋਇਆ ਸੱਤਵੇਂ ਪਾਤਸ਼ਾਹੀ ਦਾ? ਜਦੋਂ ਛੇਵੇਂ ਪਾਤਸ਼ਾਹੀ ਗਵਾਲੀਅਰ ਦੇ ਵਿੱਚ 52 ਰਾਜਿਆਂ ਨੂੰ ਕੈਦ ਵਿੱਚੋਂ ਛੁਟਾਇਆ ਸੀ, ਮੁਕਤ ਕਰਵਾਇਆ ਸੀ, ਤਾਂ ਇੱਕ ਰਾਜਾ ਤਾਰਾ ਚੰਦ ਵੀ ਸੀ। ਉਹ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਆਇਆ ਸੀ। ਉਹਨੇ ਕਿਹਾ, ਮਹਾਰਾਜ ਜੀ ਮੇਰਾ ਬੜਾ ਹੀ ਮਨ ਆ ਵੀ ਤੁਸੀਂ ਸਾਡੇ ਨਗਰ ਇਲਾਕੇ ਦੇ ਵਿੱਚ ਉੱਥੇ ਚਰਨ ਵੀ ਪਾਓ, ਆਪਣਾ ਕੋਈ ਸਥਾਨ ਵੀ ਬਣਾਓ, ਤਾਂ ਕਿ ਸੰਗਤਾਂ ਦਾ ਉੱਥੇ ਵੀ ਕਲਿਆਣ ਹੋਵੇ। ਸੋ ਮਹਾਰਾਜ ਜੀ ਨੇ ਫਿਰ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਸੀ ਵੀ ਉਹ ਜਿਹੜਾ ਰਾਜਾ ਕਹਿ ਰਿਹਾ ਹੈ ਇਹ ਨਗਰ ਇਲਾਕਾ ਤੁਸੀਂ ਇਹ ਦੇਖੋ। ਮਹਾਰਾਜ ਜੀ ਪਹਿਲਾਂ ਤਾਂ ਆਪ ਵੀ ਗਏ, ਬੜੀ ਰਮਣੀਕ ਧਰਤੀ ਸੀ, ਇੱਕ ਪਾਸੇ ਸਤਲੁਜ, ਸੋਹਣੀਆਂ ਪਹਾੜੀਆਂ, ਸੁੰਦਰ, ਤਾਂ ਮਹਾਰਾਜ ਨੂੰ ਵੀ ਪਸੰਦ ਆਈ। ਤਾਂ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਸੀ ਫਿਰ ਇਹ ਜਗ੍ਹਾ ਤੁਸੀਂ ਜਿਹੜੀ ਇਹ ਆਬਾਦ ਕਰੋ, ਇੱਥੇ ਨਗਰ ਵਸਾਓ। ਤਾਂ ਉਹ ਇਹਦੇ ਵਿੱਚ ਇਕੱਲਾ ਇੱਕੋ ਹੀ ਕਾਰਨ ਨਹੀਂ ਸੀ ਕਿ ਰਾਜਾ ਤਾਰਾ ਚੰਦ ਤਾਂ ਸੋਚਦਾ ਕਿ ਮੇਰੀ ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ, ਇੱਥੇ ਹੁਣ ਜਿਹੜਾ ਨਗਰ ਵੀ ਵਸੇਗਾ ਤਾਂ ਮਹਾਰਾਜ ਜੀ ਤੇ ਇਲਾਹੀ ਆਪਣੇ ਗਿਆਨ ਵੀ ਦਿਆ ਕਰਨਗੇ। ਲੇਕਿਨ ਉਹਦੇ ਪਿੱਛੇ ਇੱਕ ਹੋਰ ਵੀ ਕਾਰਨ ਸੀ, ਤਾਰਾ ਚੰਦ ਦੀ ਵੀ ਬੇਨਤੀ ਸਵੀਕਾਰ ਹੋਈ। ਹੋਰ ਕਾਰਨ ਸੀ, ਉੱਥੇ ਇੱਕ ਬੁੱਢਾ ਫਕੀਰ ਬੈਠਾ ਸੀ, ਬਾਬਾ ਬੁੱਢਣ ਸ਼ਾਹ। 2.5 ਸਾਲਾਂ ਦਾ ਉਹਦਾ ਸਰੀਰ ਹੋ ਚੁੱਕਾ ਸੀਗਾ। ਕਈ ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਇਸ ਤੋਂ ਵੀ ਜ਼ਿਆਦਾ ਲਿਖਦੇ ਨੇ ਕਿ 500 ਸਾਲਾਂ ਦਾ ਹੋ ਚੁੱਕਾ ਸੀਗਾ। ਸੋ ਇਹ ਆਪਾਂ ਚਲੋ ਇਹਦੇ ਵਿੱਚ ਨਾ ਜਾਈਏ ਕਿ ਕਿੰਨਾ ਉਹਨਾਂ ਦਾ ਸਰੀਰ ਬਿਰਧ ਹੋ ਚੁੱਕਾ ਸੀ। ਪੀਰ ਬੁੱਢਣ ਸ਼ਾਹ ਜਿਹੜਾ ਬੜਾ ਰੂਹਾਨੀਅਤ ਰੂਹ ਸੀ। ਆਪ ਜੀ ਕੀਰਤਪੁਰ ਸਾਹਿਬ ਜਾਂਦੇ ਹੋ ਤਾਂ ਉੱਥੇ ਉਹਨਾਂ ਦਾ ਸਥਾਨ ਵੀ ਬਣਿਆ ਹੋਇਆ, ਜਿੱਥੇ ਲਿਖਿਆ ਹੋਇਆ ਹੈ, ਦਰ ਬੁੱਢਣ ਸ਼ਾਹ ਦਾ ਜੀ ਜਿੱਥੇ ਸ਼ੇਰ ਬੱਕਰੀਆਂ ਚਾਰੇ। ਬੜੀ ਅਜਬ ਵਾਲਾ ਪੀਰ ਸੀ। ਵੈਸੇ ਤਾਂ ਸ਼ੇਰ ਬੱਕਰੀਆਂ ਨੂੰ ਖਾ ਜਾਂਦਾ, ਲੇਕਿਨ ਉਹਦੀ ਇੰਨੀ ਅਜ਼ਮਤ ਸੀ ਕਿ ਉਹ ਬੱਕਰੀਆਂ ਨੂੰ ਚਰਾ ਕੇ ਸ਼ੇਰ ਲਿਆ ਕੇ ਉੱਥੇ ਐਨ ਸੇਫ ਪਹੁੰਚਾਉਂਦਾ ਸੀ। ਸੋ ਉਹ ਬੜਾ ਪਿਆਸਾ ਸੀ ਖੁਦਾ ਦੇ ਦਰਸ਼ਨਾਂ ਦਾ। ਤਾਂ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦਰਸ਼ਨ ਦਿੱਤੇ ਸੀਗੇ, ਪੀਰ ਬਾਬਾ ਬੁੱਢਣ ਸ਼ਾਹ ਨੂੰ। ਤੇ ਥੋੜਾ ਟਾਈਮ ਮਹਾਰਾਜ ਜੀ ਰੁਕੇ ਸਨ। ਤੇ ਜਦੋਂ ਮਹਾਰਾਜ ਜੀ ਚੱਲੇ ਤਾਂ ਉਹ ਕਹਿੰਦਾ ਵੀ ਮਹਾਰਾਜ ਜੀ ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਜਿਵੇਂ ਬੱਚਾ ਨਹੀਂ ਮਾਂ ਨੂੰ ਫੜ ਲੈਂਦਾ, ਮਾਂ ਮੈਂ ਜਾਣ ਨਹੀਂ ਦੇਣਾ, ਵੀ ਹੁਣੇ ਤਾਂ ਮੇਰਾ, ਕਹਿੰਦਾ ਹੱਲੇ ਤਾਂ ਮੈਨੂੰ ਮਾਂ ਮਿਲੀ ਆ ਤਾਂ ਮੈਨੂੰ ਮਾਂ ਛੱਡ ਕੇ ਜਾ ਰਹੀ ਹੈ। ਤਾਂ ਬੜੇ ਪ੍ਰੇਮ ਦੇ ਨਾਲ ਪੀਰ ਬੁੱਢਣ ਸ਼ਾਹ ਨੇ ਬੇਨਤੀ ਕੀਤੀ। ਤੇ ਮਹਾਰਾਜ ਜੀ ਤਾਂ ਪ੍ਰੇਮ ਦੇ ਹੀ ਤਾਂ ਭੁੱਖੇ ਨੇ। ਤੇ ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ, ਕਿਉਂਕਿ ਅੱਗੇ ਮਹਾਰਾਜ ਨੇ ਉਦਾਸੀਆਂ ਤੇ ਜਾਣਾ ਸੀਗਾ, ਸੰਸਾਰ ਦਾ ਕਲਿਆਣ ਕਰਨਾ ਸੀ। ਮਹਾਰਾਜ ਨੇ ਕਿਹਾ ਹਾਲੇ ਅਸੀਂ ਬਹੁਤ ਅੱਗੇ ਜਾਣਾ, ਅਸੀਂ ਫਿਰ ਤੈਨੂੰ ਦਰਸ਼ਨ ਦੇਵਾਂਗੇ, ਆਵਾਂਗੇ ਜ਼ਰੂਰ ਤੇਰੇ ਕੋਲ। ਜਦੋਂ ਮਾਂ ਬੱਚੇ ਨੂੰ ਕਹਿ ਕੇ ਜਾਂਦੀ ਮੈਂ ਜ਼ਰੂਰ ਆਉਂਗੀ, ਹੈ ਨਾ, ਇਵੇਂ ਗੁਰੂ ਮਹਾਰਾਜ ਕਹਿੰਦੇ ਆਵਾਂਗੇ ਜ਼ਰੂਰ। ਸੋ ਕਹਿੰਦਾ ਮਹਾਰਾਜ ਜੀ ਕਦੋਂ ਆਉਂਗੇ? ਮਹਾਰਾਜ ਨੇ ਕਿਹਾ 6ਵੇਂ ਜਾਮੇ 'ਚ ਆਵਾਂਗੇ। ਕਹਿੰਦਾ 6ਵੇਂ ਜਾਮੇ 'ਚ? ਵੀ 250 ਸਾਲਾਂ ਦਾ ਮੇਰਾ ਇਹ ਸਰੀਰ ਹੋ ਚੁੱਕਾ ਹੈ, ਸੋ ਮੈਂ ਉਦੋਂ ਤੱਕ ਬਚ ਰਹਾਂਗਾ? ਮਹਾਰਾਜ ਨੇ ਕਿਹਾ ਜਦ ਤੈਨੂੰ ਬਚਨ ਕਰ ਦਿੱਤਾ ਵੀ ਅਸੀਂ ਆ ਕੇ ਦਰਸ਼ਨ ਦੇਵਾਂਗੇ, ਫਿਰ ਤੂੰ ਬਚ ਵੀ ਰਹੇਗਾ, ਤੇਰਾ ਆਨੰਦ ਵੀ ਬਣਿਆ ਰਹੇਗਾ ਜਿਹੜਾ ਹੁਣ ਆਨੰਦ ਤੈਨੂੰ ਵਰਸਾਇਆ। ਸੋ ਉੱਥੇ ਇੰਨਾ ਲੰਬਾ ਸਮਾਂ ਪੀਰ ਬਾਬਾ ਬੁੱਢਣ ਸ਼ਾਹ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਉੱਥੇ ਬੰਦਗੀ ਕਰ ਰਿਹਾ। ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ ਸੀ ਇਸ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਤਾਂ ਹੁਣ ਇਹਨੂੰ ਪਤਾ ਚੱਲੀ ਗਿਆ ਵੀ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਆ ਗਈ, ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਿੱਚ ਪ੍ਰਵੇਸ਼ ਹੋ ਗਈ, ਫਿਰ ਚੌਥੇ ਪਾਤਸ਼ਾਹੀ, ਫਿਰ ਪੰਚਮ ਪਾਤਸ਼ਾਹ, ਤੇ ਹੁਣ 6ਵੇਂ ਪਾਤਸ਼ਾਹ ਵਿੱਚ ਜੋਤ ਪ੍ਰਵੇਸ਼ ਕਰ ਗਈ। ਤੋ ਪੀਰ ਬੁੱਢਣ ਸ਼ਾਹ ਦੀਆਂ ਦਿਨ ਰਾਤ ਦੀਆਂ ਪੁਕਾਰਾਂ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਵਾਲੀ ਉਹ ਤੜਪ ਹੈ ਅੰਦਰ, ਹੈ ਨਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ। ਇਹ ਬੇਨਤੀਆਂ ਉਹਦੀਆਂ ਅਰਦਾਸਾਂ ਜਿਹੜੀਆਂ ਉਹ ਤੜਪ ਰਿਹਾ ਸੀ, ਉਹਦੀ ਬੇਨਤੀ ਵੀ ਸਵੀਕਾਰ ਹੋਈ। ਮਹਾਰਾਜ ਜੀ ਉੱਥੇ ਪਹੁੰਚੇ ਨੇ, ਉਹਦੀ ਭੁੱਖ ਮਿਟਾਈ, ਉਹਦੀ ਪਿਆਸ ਮਿਟਾਈ ਮਹਾਰਾਜ ਜੀ ਨੇ। ਦਰਸ਼ਨ ਦਿਦਾਰੇ ਦਿੱਤੇ ਦੋਨੋਂ ਰੂਪਾਂ ਵਿੱਚ, 6ਵੇਂ ਪਾਤਸ਼ਾਹ ਰੂਪ ਵਿੱਚ ਵੀ, ਔਰ ਜਿਹੜੀ ਉਹਨੇ ਅੰਦਰ ਆਪਣੇ ਮੂਰਤ ਤੇ ਵਸਾਈ ਹੋਈ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਰਿਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਉਸ ਰੂਪ ਵਿੱਚ ਵੀ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ। ਉੱਥੇ ਮਹਾਰਾਜ ਨੇ ਫਿਰ ਬੜੇ ਪਿਆਰ ਦੇ ਨਾਲ ਕਿਹਾ ਕਿ ਪੀਰ ਬੁੱਢਣ ਸ਼ਾਹ ਜੀ, ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਨਾਮ ਦਿੱਤਾ ਸੀ, ਤੁਸੀਂ ਇੱਥੇ ਬੈਠ ਕੇ ਹਰੀ ਦੀ ਕੀਰਤੀ ਕੀਤੀ ਜਿਵੇਂ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ। ਤਾਂ ਇਸ ਸਥਾਨ ਦਾ ਨਾਮ ਅਸੀਂ ਕੀਰਤਪੁਰ ਰੱਖ ਦਿੰਦੇ ਹਾਂ, ਇਹ ਕੀਰਤੀ ਵਾਲਾ ਇਹ ਸਥਾਨ ਹੈ। ਸੋ ਇਵੇਂ ਕੀਰਤਪੁਰ ਸਾਹਿਬ ਵਸਿਆ। ਬਾਬਾ ਗੁਰਦਿੱਤਾ ਜੀ ਫਿਰ ਉੱਥੇ ਹੀ ਰਹੇ ਨੇ, ਔਰ ਬਾਬਾ ਸ਼੍ਰੀ ਚੰਦ ਜੀ ਵੀ।
ਉਹ ਛੇਵੇਂ ਪਾਤਸ਼ਾਹ ਨਾਲ ਮੁਲਾਕਾਤਾਂ ਹੁੰਦੀਆਂ ਸਨ। ਬਾਬਾ ਸ਼੍ਰੀ ਚੰਦ ਜੀ ਪਹਿਲਾਂ ਤਾਂ ਗੁਰੂ ਨਾਨਕ ਦੇ ਘਰ ਦੇ ਕੁਝ ਸਮਾਂ ਵਿਰੋਧੀ ਰਹੇ ਨੇ, ਲੇਕਿਨ ਚੌਥੇ ਪਾਤਸ਼ਾਹ ਦੀ ਨਿਮਰਤਾ ਨੂੰ ਦੇਖ ਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਿਮਰਤਾ ਨੂੰ ਦੇਖ ਕੇ, ਬਾਬਾ ਸ਼੍ਰੀ ਚੰਦ ਜੀ ਜਿਹੜੇ ਗੁਰੂ ਨਾਨਕ ਦੇ ਘਰ ਦੇ ਬਹੁਤ ਜ਼ਿਆਦਾ ਉਪਾਸ਼ਕ ਹੋ ਗਏ। ਤਾਂ ਛੇਵੇਂ ਪਾਤਸ਼ਾਹ ਨੂੰ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ, ਛੇਵੇਂ ਪਾਤਸ਼ਾਹ ਇੱਕ ਵਾਰ ਆਪਸ ਵਿੱਚ ਜਦੋਂ ਮੁਲਾਕਾਤ ਹੋਈ ਤਾਂ ਮਹਾਰਾਜ ਦੇ 5 ਸਾਹਿਬਜ਼ਾਦੇ ਸਨ, ਉਹਨਾਂ ਨੇ ਕਿਹਾ ਇੱਕ ਸਾਨੂੰ ਦੇ ਦਿਓ। ਤਾਂ ਮਹਾਰਾਜ ਨੇ ਕਿਹਾ ਜਿਹੜਾ ਤੁਸੀਂ ਹੁਕਮ ਕਰੋਗੇ, ਛੇਵੇਂ ਪਾਤਸ਼ਾਹ ਨੇ ਕਿਹਾ। ਫਿਰ ਉਹਨਾਂ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸ਼੍ਰੀ ਚੰਦ ਜੀ ਨੇ ਲੈ ਲਏ ਸੀ ਛੇਵੇਂ ਪਾਤਸ਼ਾਹ ਤੋਂ, ਔਰ ਜਿਹੜੀ ਉਹਨਾਂ ਦੀ ਆਪਣੀ ਗੱਦੀ ਚੱਲੀ ਆ ਰਹੀ ਸੀ ਬਾਬਾ ਸ਼੍ਰੀ ਚੰਦ ਜੀ ਦੀ, ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਉੱਥੇ ਬਿਠਾਇਆ ਦਿੱਤਾ ਸੀਗਾ। ਸੋ ਬਾਬਾ ਗੁਰਦਿੱਤਾ ਜੀ ਦੇ ਘਰ ਸੱਤਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਹੋਇਆ। ਤੋ ਉੱਥੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੀ ਹੋਇਆ ਸੀ। ਛੇਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਤੋਂ ਫਿਰ ਚੱਲ ਕੇ ਕੀਰਤਪੁਰ ਸਾਹਿਬ ਆਏ ਸਨ, ਔਰ ਮਹਾਰਾਜ ਨੇ ਬਚਨ ਕਿਹਾ ਸੀ ਕਿ ਵੱਡੀ ਚੀਜ਼ ਦਾ ਗਾਹਕ ਆ ਗਿਆ ਹੈ। ਸੋ ਪਹਿਲਾਂ ਹੀ ਇਸ਼ਾਰਾ ਸੀ ਵੀ ਇਹ ਜਿਹੜੀ ਜੋਤ ਆਈ ਹੈ, ਇਹ ਇੱਥੇ ਗੁਰੂ ਨਾਨਕ ਦੀ ਜੋਤ ਇੱਥੇ ਪ੍ਰਵੇਸ਼ ਹੋਣੀ ਹੈ। ਸੋ ਬਾਬਾ ਗੁਰਦਿੱਤਾ ਜੀ ਕੁਝ ਸਮੇਂ ਬਾਅਦ ਫਿਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਵਿੱਚ ਜਾ ਵਰਾਜੇ ਸਨ। ਉਹਦੇ ਪਿੱਛੇ ਵੀ ਇੱਕ ਇਤਿਹਾਸ ਆਉਂਦਾ। ਕਹਿੰਦੇ ਬਾਬਾ ਗੁਰਦਿੱਤਾ ਜੀ ਨੇ ਮਰੀ ਗਊ ਨੂੰ ਜਿਹੜਾ ਜਿਵਾ ਦਿੱਤਾ ਸੀਗਾ। तो छेवें पातशाह ने कहा इस तरह नहीं तुसी कर सकते। सो इदा करामातां नहीं दिखाणियां, परमात्मा के हुक्म विच रहना हुंदा है। तो उत्थे फिर बाबा गुरदित्ता जी नूं लग्गिया भी असीं पिता सतगुरु जी ने सानूं कहा भी परमात्मा दे कुदरत दे विधान विच जिहड़ा दखल नहीं देईदा, असीं गलती कीती है। तो बाबा गुरदित्ता जी फिर अपना जिहड़ा चौंकड़ा लगा के समाधि लीन होके उन्होंने अपना शरीर त्याग दिता सी। इवें छे पातशाह ਦੇ ਦੂਸਰੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੇ ਵੀ ਆਪਣਾ ਸਰੀਰ ਤਿਆਗਿਆ ਸੀ ਜਦੋਂ ਬਾਬਾ ਮੋਹਨ ਜੀ ਨੂੰ ਜਿੰਦਾ ਕਰ ਦਿੱਤਾ ਸੀ। ਤਾਂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਨਹੀਂ ਭਾਈ, ਇਹ ਕਰਾਮਾਤਾਂ ਨਹੀਂ ਦਿਖਾਣੀਆਂ। ਸੋ ਹੁੰਦੀਆਂ ਕਰਾਮਾਤਾਂ ਜਿੱਥੇ ਦਿਖਾਣ ਨੂੰ ਕਹੀਆਂ ਉਹ ਵੀ ਆਪਾਂ ਦੇਖਾਂਗੇ ਵੀ ਐਵੇਂ ਨਹੀਂ ਬਿਨਾਂ ਕਾਰਨ ਦਿਖਾਣੀਆਂ। ਸੋ ਇਵੇਂ ਹੀ ਫਿਰ ਜਦੋਂ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ, ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਚਲੇ ਗਏ, ਤਾਂ ਫਿਰ ਛੇਵੇਂ ਪਾਤਸ਼ਾਹੀ ਆਪਣੇ ਪੋਤਰੇ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਪਾਸ ਲੈ ਆਏ ਸਨ। ਹਰ ਵਕਤ ਨਾਲ ਰੱਖਦੇ ਸਨ। ਤੋ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਛੇਵੇਂ ਪਾਤਸ਼ਾਹ ਤੋਂ ਹਰ ਵੇਲੇ ਸਿੱਖਿਆਵਾਂ ਲੈ ਰਹੇ ਸਨ। ਉਹਨਾਂ ਦੇ ਨਜ਼ਰੇ ਇਨਾਇਤ ਦੇ ਵਿੱਚ ਸਨ। ਤੇ ਹੁਣ ਛੇਵੇਂ ਪਾਤਸ਼ਾਹੀ ਨੇ ਆਪਣੀ ਜਿਹੜੀ ਹੈ ਜੋਤ ਜਿਹੜੀ ਹੈ ਜਦੋਂ 14 ਕੁ ਸਾਲਾਂ ਦੇ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਹੋਏ ਨੇ, ਉਹਨਾਂ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ। ਔਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ। ਔਰ ਇੱਕ ਅਹਿਮ ਸਿੱਖਿਆ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ, ਲੇਕਿਨ ਫਿਰ ਵੀ ਅਸੀਂ ਜ਼ਿਕਰ ਕਰ ਲਈਏ ਵੀ ਜਿਹੜਾ ਚੋਲਾ ਪਹਿਨਦੇ ਸਨ ਸੱਤਵੇਂ ਪਾਤਸ਼ਾਹੀ, ਬਹੁਤ ਵੱਡਾ ਪਹਿਨਦੇ ਸਨ ਕਿਉਂਕਿ ਛੇਵੇਂ ਪਾਤਸ਼ਾਹ ਦਾ ਵੱਡਾ ਚੋਲਾ ਸੀਗਾ। ਤੋ ਸੱਤਵੇਂ ਪਾਤਸ਼ਾਹ ਵੱਡਾ ਕਲੀਆਂ ਵਾਲਾ, ਖੂਬ ਕਲੀਆਂ ਵਾਲਾ ਚੋਲਾ ਪਹਿਨਦੇ ਸਨ। ਤਾਂ ਇੱਕ ਵਾਰ ਬਾਗ ਦੇ ਵਿੱਚ ਉਹਨਾਂ ਦਾ ਚੋਲੇ ਦੀ ਵੱਜ ਕੇ ਨਾ ਗੁਲਾਬ ਦਾ ਫੁੱਲ ਟੁੱਟ ਗਿਆ। ਛੇਵੇਂ ਪਾਤਸ਼ਾਹ ਜਦੋਂ ਪਤਾ ਚੱਲਿਆ, ਉਹਨਾਂ ਨੇ ਬੁਲਾਇਆ ਆਪਣੇ ਪੁੱਤਰੇ ਨੂੰ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ, ਔਰ ਫਿਰ ਕਿਹਾ ਕਿ ਪੁੱਤਰ ਅਗਰ ਵੱਡਾ ਚੋਲਾ ਪਹਿਨਣਾ ਹੁੰਦਾ ਨਾ, ਤਾਂ ਚੋਲੇ ਦੇ ਕਾਰਨ ਅਗਰ ਇਹ ਧਰਮੀ ਚੋਲਾ ਜਿਹੜਾ ਪਹਿਨਿਆ ਹੈ, ਅਗਰ ਇਸ ਦੇ ਕਾਰਨ ਕਿਸੇ ਦਾ ਨੁਕਸਾਨ ਹੁੰਦਾ ਨਾ, ਫਿਰ ਇਹ ਠੀਕ ਕੰਮ ਨਹੀਂ। ਫਿਰ ਕਿਹਾ ਸੀ ਪੁੱਤਰ ਦਾਮਨ ਸੰਕੋਚ ਕੇ ਚੱਲੋ, ਵੱਡਾ ਚੋਲਾ ਪਹਿਨਿਆ ਹੋਇਆ ਤਾਂ ਆਪਣਾ ਦਾਮਨ ਸੰਕੋਚ ਕੇ ਚੱਲੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਤੋ ਇੰਨਾ ਕੀ ਇਹ ਪੋਤਰਾ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਬਾਬਾ ਜੀ ਦੇ ਬਚਨ ਕਮਾਉਂਦੇ ਸਨ, ਦਾਦਾ ਸਤਿਗੁਰੂ ਜੀ ਦੇ। ਸਾਰਾ ਜੀਵਨ ਚੋਲੇ ਨੂੰ ਪਕੜ ਕੇ ਸੰਕੋਚ ਕੇ ਕਮਰ ਕੱਸਾ ਬੰਨ ਕੇ ਇਵੇਂ ਹੀ ਚੱਲਦੇ ਰਹੇ, ਇੰਨਾ ਜ਼ਿਆਦਾ ਹੁਕਮ ਮੰਨਦੇ ਸਨ। ਤੋ ਸਤਿਗੁਰਾਂ ਨੇ ਜਦੋਂ ਗੁਰਤਾ ਗੱਦੀ ਦਿੱਤੀ, ਆਪਣੇ ਪੁੱਤਰ ਵੀ 3 ਮੌਜੂਦ ਨੇ, 2 ਤਾਂ ਚੜ੍ਹਾਈ ਕਰ ਚੁੱਕੇ ਨੇ, ਲੇਕਿਨ ਆਪਣੇ ਪੁੱਤਰ ਨੂੰ ਦਿੱਤੀ ਗੁਰਤਾ ਗੱਦੀ। ਨਾਲੇ ਵੀ ਬਚਨ ਕਿਹਾ ਵੀ ਘੋੜਸਵਾਰ ਆਪਣੇ ਨਾਲ ਤਿਆਰ ਰੱਖਣੇ ਨੇ, ਫੌਜਾਂ ਤਿਆਰ ਰੱਖਣੀਆਂ ਨੇ, ਪਰ ਤੁਸੀਂ ਕਦੀ ਵੀ ਜੰਗ ਨਹੀਂ ਕਰਨੀ। ਤੇ ਉਹ ਸੱਤਵੇਂ ਪਾਤਸ਼ਾਹ ਨੇ ਕਿਹਾ ਅਗਰ ਦੁਸ਼ਮਣ ਚੜ੍ਹ ਕੇ ਆ ਜਾਵੇ, ਕਿਹਾ ਚੜ੍ਹ ਕੇ ਤਾਂ ਆਏਗਾ ਪਰ ਤੁਹਾਡੇ ਤੱਕ ਨਹੀਂ ਪਹੁੰਚ ਪਾਵੇਗਾ। ਸੋ ਇਤਿਹਾਸ ਗਵਾਹੀਆਂ ਦਿੰਦਾ ਹੈ ਕਿ ਔਰੰਗਜ਼ੇਬ ਨੇ 3 ਵਾਰ ਜਿਹੜਾ ਹੈ ਸੱਤਵੇਂ ਪਾਤਸ਼ਾਹ ਦੇ ਉੱਤੇ ਅਟੈਕ ਕਰਨ ਦੇ ਲਈ ਭੇਜੇ ਨੇ, ਪਰ ਉਹ ਤਿੰਨੋਂ ਵਾਰ ਹੀ ਉਹ ਰਾਹ ਵਿੱਚ ਹੀ ਖਤਮ ਹੋ ਗਏ। ਕਿਸੇ ਨੂੰ ਸੂਲ ਉੱਠ ਗਈ, ਕਿਸੇ ਦਾ ਕਿਸ ਤਰ੍ਹਾਂ ਡੈਥ ਹੋ ਗਈ, ਕਿਸੇ ਦੀਆਂ ਫੌਜਾਂ ਨੂੰ ਹੈਜਾ ਫੈਲ ਗਿਆ, ਸੋ ਪਹੁੰਚ ਨਹੀਂ ਪਾਏ। ਤਾਂ ਸਤਿਗੁਰੂ ਜੀ 2200 ਘੋੜਸਵਾਰ ਹਰ ਵਕਤ ਨਾਲ ਰੱਖਦੇ ਸਨ ਤਾਂ ਕਿ ਇਹ ਇੱਕ ਨੀਤੀ ਹੁੰਦੀ, ਪ੍ਰਭਾਵ ਵੀ ਬਣਿਆ ਰਹੇ ਦੁਸ਼ਮਣ ਦੇ ਉੱਤੇ। ਸੋ ਹੁਣ ਅਗਰ ਅਸੀਂ ਸੱਤਵੇਂ ਪਾਤਸ਼ਾਹ ਦੇ ਜੀਵਨ ਨੂੰ ਦੇਖੀਏ ਸੰਗਤ ਜੀ, ਉਹ ਇੰਨੀਆਂ ਰਹਿਮਤਾਂ ਵਰਸਾਈਆਂ, ਇੰਨੇ ਕੋਮਲ ਹਿਰਦੇ ਨੇ ਇੱਕ ਤਾਂ
ਤੇ ਜਦੋਂ ਫੁੱਲ ਟੁੱਟਿਆ ਸੀ ਉਦੋਂ ਵੀ ਆਪਣਾ ਦਿਲ ਬੜਾ ਦੁਖੀ ਹੋਇਆ ਸੀ ਔਰ ਸਾਰਾ ਜੀਵਨ ਝੋਲਾ ਸੰਕੋਚ ਕੇ ਚੱਲੇ ਨੇ। ਔਰ ਫਿਰ ਮਹਾਰਾਜ ਨੇ ਕੀਰਤਪੁਰ ਸਾਹਿਬ ਜਿਹੜਾ ਹੈ ਪ੍ਰਕਿਰਤੀ ਨਾਲ ਇਤਨਾ ਪ੍ਰੇਮ ਕਰਦੇ ਸਨ, 9 ਲੱਖਾਂ ਬਾਗ ਉੱਥੇ ਮਹਾਰਾਜ ਨੇ ਲਗਵਾਇਆ ਤੇ ਜੜੀ ਬੂਟੀਆਂ ਵੀ ਉਹਦੇ ਵਿੱਚ ਉਹ ਵੀ ਪੇੜ ਪੌਦੇ ਲਗਾਏ। ਦਵਾਖਾਨਾ ਖੋਲ੍ਹਿਆ ਕੀਰਤਪੁਰ ਸਾਹਿਬ, ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਮਸ਼ਹੂਰ ਸੀਗਾ ਸਤਿਗੁਰਾਂ ਦਾ ਦਵਾਖਾਨਾ ਜਿਹੜਾ ਹੈ। ਉੱਥੇ ਮਹਾਰਾਜ ਨੇ ਉਹ ਵੀ ਲਗਵਾਇਆ ਤਾਂ ਕਿ ਜੜੀ ਬੂਟੀਆਂ ਦੇ ਨਾਲ ਇਲਾਜ ਹੋਵੇ। ਤੋ ਸ਼ਾਹਜਹਾਂ ਦਾ ਪੁੱਤਰ ਆਪਣਾ ਹੀ ਦਾਰਾ ਸ਼ਿਕੋਹ ਬਿਮਾਰ ਹੋ ਗਿਆ ਸੀ, ਉਹਨੂੰ ਔਰੰਗਜ਼ੇਬ ਨੇ ਮੁੱਛ ਦਾ ਵਾਲ ਲਾਂਗਰੀ ਨੂੰ ਕਹਿ ਕੇ ਖਿਲਵਾ ਦਿੱਤਾ ਸੀ ਲਾਲਚ ਦੇ ਕੇ ਵੀ ਇਹ ਮਰ ਜਾਵੇ ਤਾਂ ਕਿ ਮੈਨੂੰ ਜਿਹੜਾ ਰਾਜ ਭਾਗ ਮਿਲੇ। ਤੋ ਦਾਰਾ ਸ਼ਿਕੋਹ ਬਿਮਾਰ ਹੋ ਗਿਆ। ਦਾਰਾ ਸ਼ਿਕੋਹ ਵੈਦਾਂ ਨੇ ਦੱਸਿਆ ਵੀ ਇਹ ਸ਼ੇਰ ਦੀ ਮੁੱਛ ਦਾ ਵਾਲ ਇਹਦੇ ਅੰਦਰ ਚਲਾ ਗਿਆ। ਸੋ ਜਿਹੜੀਆਂ ਅਸੀਂ ਜੜੀ ਬੂਟੀਆਂ ਦੇ ਕੇ ਦੇਖੀਆਂ ਨੇ, ਇਹਦਾ ਨਾਲ ਇਲਾਜ ਇਹਦਾ ਨਹੀਂ ਹੋ ਰਿਹਾ। ਹਰ ਤਰ੍ਹਾਂ ਪੂਰੇ ਹਿੰਦੁਸਤਾਨ ਤੋਂ ਉਹਦਾ ਇਲਾਜ ਕੀਤਾ ਗਿਆ ਪਰ ਨਹੀਂ ਹੋਇਆ। ਫਿਰ ਕਿਸੇ ਨੇ ਦੱਸਿਆ ਬਾਦਸ਼ਾਹ ਸ਼ਾਹਜਹਾਂ ਨੂੰ ਕਿ ਗੁਰੂ ਨਾਨਕ ਦੇ ਘਰ 7ਵੇਂ ਪਾਤਸ਼ਾਹ ਦਾ ਦਵਾਖਾਨਾ ਜਿਹੜਾ ਬੜਾ ਮਸ਼ਹੂਰ ਹੈ, ਉੱਥੋਂ ਹਰ ਚੀਜ਼ ਮਿਲਦੀ ਹੈ। ਸੋ ਜਿਹੜੀਆਂ ਜੜੀਆਂ ਬੂਟੀਆਂ ਚਾਹੀਦੀਆਂ ਸਨ, ਹਰੜ ਇੱਕ ਖਾਸ ਸਾਈਜ਼ ਦੀ ਵੇਟ ਦੀ, ਲੌਂਗ ਇੱਕ ਖਾਸ ਸਾਈਜ਼ ਦਾ ਖਾਸ ਵੇਟ ਦਾ, ਇੱਕ ਗੱਜ ਮੋਤੀ ਜਿਹੜਾ ਚਾਹੀਦਾ ਸੀਗਾ ਉਹ ਪੂਰੇ ਭਾਰਤ ਵਰਸ਼ ਵਿੱਚ ਨਹੀਂ ਮਿਲ ਰਿਹਾ ਸੀ। ਉਹਨਾਂ ਨੇ ਕਿਹਾ ਵੀ ਜ਼ਰੂਰ ਸਤਿਗੁਰਾਂ ਦੇ ਦਵਾਖਾਨੇ ਵਿੱਚ ਮਿਲੇਗਾ। ਤਾਂ ਉਹਨੇ ਕਿਹਾ ਵੀ ਸ਼ਾਹਜਹਾਂ ਨੇ ਵੀ ਅਸੀਂ ਤਾਂ ਉਹਨਾਂ ਨਾਲ ਲੜਾਈਆਂ ਕਰਦੇ ਰਹੇ, ਵਿਰੋਧੀ ਰਹੇ ਹਾਂ, ਅਸੀਂ ਤਾਂ ਉਹਨਾਂ ਦੇ ਵੈਰੀ ਹਾਂ, ਸਾਨੂੰ ਦਵਾਈ ਕਿਉਂ ਦੋਗੇ? ਤਾਂ ਇਹਦੇ ਮੌਲਵੀਆਂ ਨੇ, ਵਜ਼ੀਰਾਂ ਨੇ ਕਿਹਾ ਨਿਰਵੈਰ ਸਤਿਗੁਰ ਹੈ, ਗੁਰੂ ਨਾਨਕ ਦਾ ਘਰ ਪੂਰਨ ਨਿਰਵੈਰ ਹੈ, ਵੀ ਤੁਸੀਂ ਮੰਗ ਤਾਂ ਕਰੋ ਉੱਥੋਂ। ਉਹਨੇ ਫਿਰ ਸ਼ਾਹਜਹਾਂ ਨੇ ਚਿੱਠੀ ਲਿਖ ਕੇ ਭੇਜੀ, ਆਪਣੇ ਬੰਦੇ ਭੇਜੇ। ਤਾਂ ਸਤਿਗੁਰ ਦੇਖੋ ਕਿੰਨੇ ਨਿਰਵੈਰ ਨੇ। ਜਿਹੜਾ ਸ਼ਾਹਜਹਾਂ ਗੁਰੂ ਨਾਨਕ ਦੇ ਘਰ ਤੇ ਤਲਵਾਰਾਂ ਚੱਕੀ ਆਂਦਾ, ਉਹ ਮਹਾਰਾਜ ਨੇ ਉਹਦੇ ਪੁੱਤਰ ਦੇ ਲਈ ਉੱਥੋਂ ਦਵਾਈ ਭੇਜੀ। ਸੋ ਉਹ ਠੀਕ ਹੋ ਗਿਆ। ਬਾਅਦ ਵਿੱਚ ਉਹ ਸ਼ੁਕਰਾਨਾ ਕਰਨ ਵੀ ਆਇਆ ਸਤਿਗੁਰਾਂ ਦਾ। ਇਹ ਸਾਨੂੰ ਅਸੀਂ ਵੀ ਸਿੱਖਿਆ ਲਈਏ। ਸਾਡੇ ਮਨ ਵਿੱਚ ਕਿਸੇ ਲਈ ਵੈਰ ਨਹੀਂ ਹੋਣਾ ਚਾਹੀਦਾ। ਜਦੋਂ ਕੋਈ ਵਿਰੋਧ ਕਰੇ ਉਦੋਂ ਉਹਦਾ ਡਟ ਕੇ ਮੁਕਾਬਲਾ ਵੀ ਕਰਨਾ, ਪਰ ਮਨ ਵਿੱਚ ਵੈਰ ਨਹੀਂ। ਆਪਾਂ ਤਾਂ ਪੀੜ੍ਹੀਆਂ ਦਰ ਪੀੜ੍ਹੀਆਂ ਵੈਰ ਨਹੀਂ ਛੱਡਦੇ ਹੈਗੇ। ਤੋ ਸੰਗਤ ਜੀ ਬਹੁਤ ਸਿੱਖਿਆਵਾਂ ਨੇ 7ਵੇਂ ਪਾਤਸ਼ਾਹੀ ਦੇ। ਅੱਜ 7ਵੇਂ ਪਾਤਸ਼ਾਹੀ ਦਾ ਅਸੀਂ ਜੀਵਨ ਦੇਖਾਂਗੇ ਤੇ ਬਹੁਤ ਸਿੱਖਿਆਵਾਂ ਨੇ। ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਵਾਰ ਹਿਮਾਚਲ ਦਾ ਰਾਜਾ ਉਹ ਪਹੁੰਚਿਆ ਸੀ। ਕਿਉਂ ਪਹੁੰਚਿਆ ਸੀ? ਹਿਮਾਚਲ ਦਾ ਜਿਹੜਾ ਰਾਜਾ ਸੀਗਾ, ਰਣਜੀਤ ਰਾਏ ਦਾ ਨਾਮ ਸੀ। ਇਹਨੂੰ ਪੈਰਾਲਾਈਸਿਸ ਹੋ ਗਿਆ ਸੀ, ਅਧਰੰਗ, ਤੇ ਪੂਰਾ ਇਲਾਜ ਕੀਤਾ ਗਿਆ। ਰਾਜਿਆਂ ਨੇ ਤਾਂ ਵੱਡੇ ਵੱਡੇ ਵੈਦ ਹਕੀਮ ਰੱਖੇ ਹੁੰਦੇ ਨੇ, ਪਰ ਇਹਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ। ਫਿਰ ਉੱਥੇ ਵੀ ਦੱਸਿਆ ਗਿਆ ਵੀ ਇੱਕ ਤਾਂ 7ਵੇਂ ਪਾਤਸ਼ਾਹ ਵਿੱਚ ਗੁਰੂ ਨਾਨਕ ਦੀ ਜੋਤ ਹੈ, ਉਹਨਾਂ ਦੇ ਬਚਨਾਂ ਨਾਲ ਹੀ, ਉਹਨਾਂ ਦੀ ਬਖਸ਼ਿਸ਼ ਨਾਲ ਹੀ ਰਾਜਾ ਠੀਕ ਹੋ ਸਕਦਾ। ਔਰ ਦੂਸਰਾ ਮਹਾਰਾਜ ਕੋਲ ਦਵਾਖਾਨਾ ਵੀ ਹੈ। ਵੀ ਫਿਰ ਰਾਜੇ ਨੂੰ ਪਾਲਕੀ ਵਿੱਚ ਪਾ ਕੇ, ਰਾਣੀਆਂ ਨੂੰ ਪਾਲਕੀ 'ਚ ਬਿਠਾ ਕੇ, ਸੋ ਵਜ਼ੀਰ ਮੰਤਰੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ ਸਨ। ਤਾਂ ਸਤਿਗੁਰਾਂ ਨੇ ਉਹਨੂੰ ਮੰਜੀ ਤੇ ਪਾ ਕੇ ਫਿਰ ਲੈ ਕੇ ਗਏ। ਬਾਕੀ ਪਹਿਲਾਂ ਤਾਂ ਪਾਲਕੀ 'ਚ ਆਏ, ਫਿਰ ਮੰਜੀ ਤੇ ਪਾ ਕੇ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਰਾਜੇ ਨੂੰ। ਤਾਂ ਮਹਾਰਾਜ ਨੇ ਮੇਰਾ ਭਰੀ ਆਪਣੀ ਦ੍ਰਿਸ਼ਟੀ ਪਾਈ ਔਰ ਨਾਲ ਫਿਰ ਕੀ ਕਿਹਾ ਸੰਗਤ ਜੀ, ਇੱਥੋਂ ਅਸੀਂ ਪੱਲੇ ਬੰਨੇ ਆ। ਸਾਡੇ ਘਰਾਂ 'ਚ ਵੀ ਰੋਗ ਕਸ਼ਟ ਵਿਘਨ ਆ ਜਾਂਦੇ ਨੇ। ਮਹਾਰਾਜ ਨੇ ਰਾਣੀਆਂ ਨੂੰ ਕਿਹਾ ਵੀ ਤੁਸੀਂ ਕਦੀ ਹੱਥੀਂ ਕੰਮ ਦਾ ਕੀਤਾ ਨਹੀਂ ਆ, ਪਰ ਹੁਣ ਤੁਸੀਂ ਜਿੰਨੇ ਦਿਨ ਵੀ ਇੱਥੇ ਹੋ, ਜਦ ਤੱਕ ਰਾਜਾ ਰਾਜੀ ਨਹੀਂ ਹੋ ਜਾਂਦਾ, ਤੁਸੀਂ ਜਾ ਕੇ ਸੇਵਾ ਕਰੋ। ਜੋ ਵੀ ਤੁਸੀਂ ਕਰ ਸਕਦੇ ਹੋ, ਝਾੜੂ ਲਗਾਓ, ਲੰਗਰਾਂ ਵਿੱਚ ਬਰਤਨ ਮਾਂਜੋ, ਪ੍ਰਸ਼ਾਦੇ ਪਕਾਓ, ਜੋ ਵੀ ਤੁਸੀਂ ਕਰ ਸਕਦੇ ਹੋ, ਸੇਵਾ ਹੱਥੀਂ ਜ਼ਰੂਰ ਕਰੋ। ਨਾਲ ਗੁਰੂ ਮਹਾਰਾਜ ਨੇ ਖੁਦ ਬੋਲ ਕੇ ਰਾਣੀਆਂ ਨੂੰ ਮੂਲ ਮੰਤਰ, ਉੱਥੇ ਨਾਮ ਵੀ ਦਿੱਤਾ। ਮਹਾਰਾਜ ਨੇ ਮੂਲ ਮੰਤਰ ਆਪ ਅੱਗੇ ਬੋਲੇ, ਪਿੱਛੇ ਰਾਣੀਆਂ ਨੂੰ ਬੁਲਾਇਆ ਔਰ ਕਿਹਾ ਦਿਨ ਰਾਤ ਇਹ ਮੂਲ ਮੰਤਰ ਦਾ ਜਾਪ ਤੁਸੀਂ ਕਰੀ ਜਾਓ। ਕਮਾਲ ਹੋ ਗਈ। ਜਿਹੜਾ ਰਾਜਾ ਕਿਤੋਂ ਵੀ ਠੀਕ ਨਹੀਂ ਸੀ ਹੋ ਰਿਹਾ, ਨਾਲ ਮਹਾਰਾਜ ਨੇ ਜਿਹੜੇ ਮਹਾਰਾਜ ਨੇ ਆਪਣੇ ਵੈਦ ਰੱਖੇ ਹੋਏ ਸਨ, ਉਹਨਾਂ ਨੂੰ ਕਿਹਾ ਇਹਨੂੰ ਦਵਾਈ ਵੀ ਦਿਓ। ਸੋ ਰਾਜੇ ਨੂੰ ਜੜੀ ਬੂਟੀਆਂ ਦੀ ਦਵਾਈ ਵੀ ਦਿੱਤੀ ਗਈ। 1 ਹਫ਼ਤੇ ਬਾਅਦ ਰਾਜੇ ਨੇ ਪਾਸਾ ਲੈਣਾ ਸ਼ੁਰੂ ਕਰ ਦਿੱਤਾ। ਸੋ ਰਾਣੀਆਂ ਆ ਕੇ ਗੁਰੂ ਦਰਬਾਰ ਵਿੱਚ ਮਹਾਰਾਜ ਨੂੰ ਦੱਸਦੀਆਂ ਨੇ, ਮਹਾਰਾਜ ਜੀ ਅੱਜ ਰਾਜੇ ਨੇ ਪਾਸਾ ਲੈਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਤੁਸੀਂ ਸੇਵਾ ਸਿਮਰਨ ਕਰਦੇ ਰਹੋ। ਤੋ ਫਿਰ ਉਸ ਤੋਂ ਬਾਅਦ ਰਾਜਾ ਬੈਠਣ ਲੱਗ ਗਿਆ ਔਰ 21 ਦਿਨਾਂ ਦੇ ਅੰਦਰ ਅੰਦਰ ਰਾਜਾ ਖੁਦ ਗੁਰੂ ਦਰਬਾਰ ਵਿੱਚ ਚੱਲ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਔਰ ਬੇਸ਼ੁਮਾਰ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਭੇਟਾਂ, ਆਪਣਾ ਕਿੱਦਾਂ ਉਹਨੇ ਅਰਪਣ ਕੀਤਾ। ਸੋ ਸੰਗਤ ਜੀ, ਇੱਥੋਂ ਸੇਵਾ ਤੇ ਸਿਮਰਨ, ਇਸ ਨਾਲ ਸਾਡੇ ਰੋਗ, ਸਾਡੇ ਕਸ਼ਟ, ਸਾਡੇ ਵਿਘਨ ਜਿਹੜੇ ਦੂਰ ਹੁੰਦੇ ਨੇ, ਅਸੀਂ ਅਵਿਸਲੇ ਹੋ ਜਾਂਦੇ ਹਾਂ। ਸੋ ਹੱਥੀਂ ਸੇਵਾ ਵੀ ਕਰਨੀ ਹੁੰਦੀ ਹੈ ਔਰ ਆਪਣਾ ਜਿਹੜਾ ਹੈ ਬੰਦਗੀ ਵੀ ਕਰਨੀ ਹੁੰਦੀ ਹੈ ਔਰ ਧਨ ਦਾ ਸਹਿਯੋਗ ਵੀ ਜਿਹੜਾ ਉਹ ਸਾਨੂੰ ਸੰਸਾਰ ਦੇ ਕਾਰਜਾਂ ਲਈ ਦੇਣਾ ਚਾਹੀਦਾ। ਇਹਦੇ ਨਾਲ ਸਾਡਾ ਕਲਿਆਣ ਹੁੰਦਾ। ਇੱਕ ਵਾਰ ਰੋਮ ਤੋਂ ਇੱਕ ਵਕੀਲ ਵੀ ਆਇਆ ਸੀ ਸਤਿਗੁਰਾਂ ਦੇ ਚਰਨਾਂ ਵਿੱਚ।
ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਰੋਮ ਵੱਲ ਵੀ ਗਏ ਸਨ, ਤਾਂ ਉੱਥੇ ਲੋਕਾਂ ਦੇ ਮਨ ਵਿੱਚ ਗੁਰੂ ਨਾਨਕ ਦੇ ਘਰ ਦੀ ਬੜੀ ਮਹਿਮਾ ਸੀ। ਉੱਥੇ ਤਾਂ ਇੱਕ ਵਕੀਲ ਸੀ, ਜਿਹੜਾ ਵਕੀਲ ਤਾਂ ਸੀ ਲੇਕਿਨ ਧਾਰਮਿਕ ਬੰਦਾ ਸੀ। ਅਲੱਗ-ਅਲੱਗ ਮਹਾਂਪੁਰਖਾਂ ਦੇ ਉਹਨੇ ਦਰਸ਼ਨ ਕਰਨੇ, ਉਹਨਾਂ ਨਾਲ ਆਪਣੀ ਰੂਹਾਨੀਅਤ ਦੀਆਂ ਗੱਲਾਂ ਕਰਨੀਆਂ। ਹੁਣ ਉਹ ਗੁਰੂ ਨਾਨਕ ਦੇ ਘਰ ਦਾ ਪਤਾ ਕਰਦਿਆਂ-ਕਰਦਿਆਂ ਉਹ ਆਪਣੇ ਇੰਡੀਆ ਵਿੱਚ ਵੀ ਪਹੁੰਚਿਆ, ਕੀਰਤਪੁਰ ਸਾਹਿਬ 7ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਉਹਨੇ ਦੱਸਿਆ ਆਪਣਾ ਸਾਰਾ, ਮਹਾਰਾਜ ਜੀ ਮੈਨੂੰ ਸ਼ੌਂਕ ਆ ਰੂਹਾਨੀਅਤ ਦਾ, ਵੈਸੇ ਤਾਂ ਮੈਂ ਵਕੀਲ ਹਾਂ, ਮੈਂ ਬੜੀਆਂ ਧਾਰਮਿਕ ਗ੍ਰੰਥ ਸਾਰਾ ਕੁਛ ਪੜ੍ਹਿਆ ਹੋਇਆ, ਤੇ ਮੈਂ ਮਹਾਂਪੁਰਖਾਂ ਨਾਲ ਵੀ ਬਚਨ ਵਿਲਾਸ ਕਰਦਾ। ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਦਰਗਾਹ ਦੇ ਵਿੱਚ ਜਿਹੜੀ ਕੌਣ ਰੱਖਿਆ ਕਰੇਗਾ ਸਾਡੀ? ਜੀਸਸ ਜੀ ਕਰਨਗੇ, ਹਜ਼ਰਤ ਮੁਹੰਮਦ ਸਾਹਿਬ ਜੀ ਕਰਨਗੇ, ਕ੍ਰਿਸ਼ਨ ਭਗਵਾਨ ਜੀ ਕਰਨਗੇ, ਰਾਮ ਜੀ ਕਰਨਗੇ, ਦਰਗਾਹ ਵਿੱਚ ਸਾਡਾ ਕੌਣ ਸਹਾਈ ਹੋਵੇਗਾ? ਇਹ ਸਾਡੇ ਲਈ ਵੀ ਕੁਐਸਚਨ ਹੈ। ਕੀ ਗੁਰੂ ਨਾਨਕ ਦਾ ਘਰ ਸਹਾਈ ਹੋਵੇਗਾ? ਉੱਥੇ 7ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਕਿਹਾ, ਕੋਈ ਵੀ ਨਹੀਂ ਸਹਾਈ ਹੋਏਗਾ। ਉਹਨੇ ਕਿਹਾ, ਮਹਾਰਾਜ ਜੀ ਕੋਈ ਵੀ ਨਹੀਂ ਸਹਾਈ ਹੋਏਗਾ? ਇਸ ਤਰ੍ਹਾਂ ਕਹਿਣ ਦਾ ਮਤਲਬ ਸੀ ਐਨ ਜਾਗਰਤ ਹੋ ਕੇ ਇਹ ਗੱਲ ਸੁਣਨ, ਕੋਈ ਵੀ ਨਹੀਂ ਸਹਾਈ ਹੋਏਗਾ। ਫਿਰ ਗੁਰੂ ਦੀ ਸ਼ਰਨ 'ਚ ਪੈਣ ਦਾ ਕੀ ਲਾਭ, ਜੇ ਗੁਰੂ ਨੇ ਸਹਾਈ ਨਹੀਂ ਹੋਣਾ? ਉਹਨੇ ਕਿਹਾ ਵੀ ਕਿਹਾ ਤਾਂ ਜਾਂਦਾ ਗੁਰੂ ਤਾਂ ਦਰਗਾਹ ਦਾ ਵਸੀਠ ਆ, ਮੈਂ ਤਾਂ ਦੁਨੀਆ ਦਾ ਵਕੀਲ ਆ, ਗੁਰੂ ਤਾਂ ਦਰਗਾਹ ਦਾ ਵਕੀਲ ਆ। ਆਪਾਂ ਪੜ੍ਹਦੇ ਆ ਨਾ, ਹਰ ਦਰਗਹਿ ਕਾ ਵਸੀਠ। ਤੇ ਮਹਾਰਾਜ ਜੀ ਦਰਗਾਹ ਦਾ ਵਸੀਠ ਹੁੰਦਾ ਗੁਰੂ, ਤੇ ਤੁਸੀਂ ਕਹਿੰਦੇ ਕੋਈ ਵੀ ਨਹੀਂ ਸਹਾਈ ਹੋਏਗਾ। ਮਹਾਰਾਜ ਨੇ ਕਿਹਾ ਗੁਰੂ ਇਵੇਂ ਨਹੀਂ ਸਹਾਈ ਹੁੰਦਾ, ਗੁਰੂ ਨੇ ਦੱਸੀ ਜਿਹੜੀ ਜੁਗਤ ਆ ਉਹਦੇ ਦੁਆਰਾ ਸਹਾਈ ਹੁੰਦਾ। ਤੇ ਗੁਰੂ ਨੇ ਜਿਹੜੀ ਜੁਗਤ ਦੱਸੀ, ਜਦੋਂ ਉਹ ਮੰਨਦਾ, ਉਹਦਾ ਸਿੱਖ, ਉਹਦਾ ਸ਼ਰਧਾਲੂ, ਉਹਦਾ ਜਿਹੜਾ ਫੋਲੋ ਆ ਰਿਹਾ, ਜਦੋਂ ਮੰਨਦਾ, ਫਿਰ ਗੁਰੂ ਵਕੀਲ ਬਣ ਕੇ ਉਹਦਾ ਸਹਾਈ ਹੁੰਦਾ। ਵਕੀਲ ਦੀ ਵੀ ਫੀਸ ਹੁੰਦੀ ਹੈ ਕਿ ਨਹੀਂ? ਹੁੰਦੀ ਹੈ ਕਿ ਨਹੀਂ ਸੰਗਤ ਜੀ? ਸੰਸਾਰੀ ਵਕੀਲ ਨੂੰ ਫੀਸ ਦਈਦੀ, ਫਿਰ ਸਾਡਾ ਕੇਸ ਲੜਦਾ। ਇਵੇਂ ਹੀ ਗੁਰੂ ਦੀ ਫੀਸ ਹੁੰਦੀ, ਗੁਰੂ ਨੂੰ ਸਿਰ ਦੇਣਾ, ਆਪਣਾ ਆਪ ਅਰਪਣ ਕਰਨਾ ਗੁਰੂ ਅੱਗੇ। ਤਾਂ ਮਹਾਰਾਜ ਨੇ ਕਿਹਾ ਸੀਗਾ, ਜੋ ਗੁਰੂ ਬਚਨ ਕਰਦੇ ਨੇ ਤੇ ਨੇਕ ਕਰਮ ਕਰਨੇ, ਨੇਕ ਕਰਮ ਕਰੋਗੇ ਗੁਰੂ ਸਹਾਈ ਹੁੰਦਾ ਹੈ। ਗੁਰੂ ਨੇ ਕਿਹਾ ਨਾਮ ਜਪੋ, ਸੋ 2 ਚੀਜ਼ਾਂ ਦੇ ਕਾਰਨ ਗੁਰੂ ਦਰਗਾਹ ਵਿੱਚ ਸਹਾਈ ਹੁੰਦਾ, ਨੇਕ ਕਰਮ ਕਰਨੇ ਔਰ ਨਾਮ ਜਪਣਾ। ਇਵੇਂ ਹੀ ਗੁਰੂ ਦਰਗਾਹ ਦੇ ਵਿੱਚ ਸਹਾਈ ਹੁੰਦਾ, ਨਹੀਂ ਤਾਂ ਨਹੀਂ ਆਪਾਂ ਕਹੀਏ ਵੀ ਗੁਰੂ ਸਾਡਾ ਐਵੇਂ ਸਹਾਈ ਹੋ ਜਾਏਗਾ। ਸੋ ਇਹ ਸਾਡੇ ਲਈ ਲੈਸਨ ਆ ਬਹੁਤ ਵੱਡਾ। ਇੱਕ ਵਾਰ ਸੰਗਤਾਂ ਨੇ ਇਹ ਵੀ ਬੇਨਤੀ ਕੀਤੀ ਸੀ ਸਿੱਖਾਂ ਨੇ ਕਿ ਮਹਾਰਾਜ ਜੀ ਅਸੀਂ ਨਾਮ ਤਾਂ ਜਪਦੇ ਹਾਂ, ਪਰ ਸਾਡਾ ਮਨ ਹੀ ਨਹੀਂ ਜੁੜਦਾ। ਇਹ ਸਾਡਾ ਵੀ ਕੁਐਸਚਨ ਹੈ ਕਿ ਫਿਰ ਵੀ ਸਾਨੂੰ ਉਹਦਾ ਕੋਈ ਲਾਭ ਹੈ? ਸਤਿਗੁਰੂ ਨੇ ਕਿਹਾ ਤੁਹਾਨੂੰ ਕੱਲ ਨੂੰ ਜਵਾਬ ਦੇਵਾਂਗੇ। ਅਗਲੇ ਦਿਨ ਮਹਾਰਾਜ ਜੀ ਸਿੱਖਾਂ ਨੂੰ ਲੈ ਕੇ ਟਹਿਲ ਰਹੇ ਨੇ, ਸੈਰ ਕਰ ਰਹੇ ਨੇ, ਤਾਂ ਕੀ ਦੇਖਦੇ ਨੇ, ਇੱਕ ਮਟਕਾ ਟੁੱਟਿਆ ਹੋਇਆ। ਮਟਕਾ ਦੇਖਦੇ ਹੋ ਨਾ, ਮਿੱਟੀ ਦਾ ਬਰਤਨ ਹੁੰਦਾ, ਘੜਾ ਵੀ ਕਹਿ ਦਿੰਦੇ ਅਸੀਂ, ਮਟਕਾ ਵੀ ਕਹਿ ਦਿੰਦੇ ਹਾਂ, ਉਹ ਟੁੱਟਿਆ ਹੋਇਆ ਤੇ ਉਹ ਸ਼ਾਈਨ ਕਰ ਰਿਹਾ, ਚਮਕ ਰਿਹਾ। ਮਹਾਰਾਜ ਨੇ ਕਿਹਾ ਸਿੱਖਾਂ ਨੂੰ ਇਹ ਚਮਕ ਕਿਉਂ ਰਿਹਾ? ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਨ। ਤਾਂ ਮਹਾਰਾਜ ਨੇ ਕਿਹਾ ਵੀ ਲੱਗਦਾ, ਸਿੱਖਾਂ ਨੇ ਮਹਾਰਾਜ ਨੂੰ ਕਿਹਾ, ਸਤਿਗੁਰ ਸੱਚੇ ਪਾਤਸ਼ਾਹ ਜੀ ਲੱਗਦਾ ਆ ਵੀ ਇਹਦੇ ਵਿੱਚ ਕਦੀ ਦੁੱਧ ਰਿੜ ਕੇ ਦੁੱਧ ਜਮਾਇਆ ਹੋਵੇਗਾ, ਦਹੀਂ ਜਮਾਇਆ ਹੋਵੇਗਾ, ਫਿਰ ਇਹ 'ਚੋਂ ਮੱਖਣ ਕੱਢਿਆ ਹੋਵੇਗਾ ਦੁੱਧ ਰਿੜਕ ਕੇ। ਸੋ ਇਹਦੇ ਵਿੱਚੋਂ ਲੱਸੀ, ਮੱਖਣ, ਦੁੱਧ ਉਹ ਤਾਂ ਸਾਰਾ ਕੱਢ ਲਿਆ, ਪਰ ਉਹ ਜਿਹੜੀ ਮੱਖਣ ਦੀ ਤਰੌਟ ਆ, ਦੁੱਧ ਦੀ ਤਰੌਟ ਆ, ਉਹਦੇ ਵਿੱਚ ਹੈ ਹਾਲੇ ਵੀ। ਤਾਂ ਸੂਰਜ ਦੀਆਂ ਜਦੋਂ ਕਿਰਨਾਂ ਪੈਂਦੀਆਂ, ਮਹਾਰਾਜ ਜੀ ਇਹ ਚਮਕ ਰਿਹਾ। ਤਾਂ ਮਹਾਰਾਜ ਨੇ ਕਿਹਾ ਇਵੇਂ ਹੀ ਜਦੋਂ ਤੁਸੀਂ ਨਾਮ ਜਪਦੇ ਹੋ, ਉਹ ਜਿਹੜੀ ਤਰੌਟ ਆ ਨਾ, ਤੁਹਾਡਾ ਮਨ ਲੱਗੇ ਵੀ ਜਾਂ ਨਾ ਲੱਗੇ, ਤਾਂ ਵੀ ਇਹ ਤੁਹਾਡੇ ਅੰਦਰ ਰਹਿ ਜਾਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿਸੇ ਮੰਨ ਲੈਣ ਦੀ ਕੋਸ਼ਿਸ਼ ਨਹੀਂ ਕਰਨਾ, ਉਹ ਤਾਂ ਕਰਨੀ ਆ। ਪਰ ਇਹ ਨਾ ਅਸੀਂ ਸੋਚੀਏ ਵੀ ਅਸੀਂ ਨਿਤਨੇਮ ਕਰਦੇ ਹਾਂ, ਸਾਡਾ ਮਨ ਨਹੀਂ ਲੱਗਿਆ, ਵੀ ਸਾਨੂੰ ਇਹਦਾ ਕੋਈ ਅਸਰ ਨਹੀਂ, ਉਹਦਾ ਵੀ ਅਸਰ ਹੋ ਰਿਹਾ ਹੈ ਸੰਗਤ ਜੀ। ਸੋ ਅਲੱਗ-ਅਲੱਗ ਜਗ੍ਹਾ ਤੇ ਮਹਾਰਾਜ ਜੀ ਨੇ ਜੋ ਸਿੱਖਾਂ ਨੇ ਸਵਾਲ ਕੀਤੇ, ਆਪਣੀਆਂ ਸਿੱਖਿਆਵਾਂ ਦਿੱਤੀਆਂ। ਔਰ ਗੁਰੂ ਮਹਾਰਾਜ ਦਾ ਦਰ ਇਤਨਾ ਵੱਡਾ ਸੰਗਤ ਜੀ, ਇਤਨਾ ਵੱਡਾ ਗੁਰੂ ਮਹਾਰਾਜ ਦਾ ਦਰ। ਇੱਥੇ ਜੋ ਆਪਣੀ ਮਨ ਦੀ ਮੁਰਾਦ ਲੈ ਕੇ ਆਂਦਾ, ਮਹਾਰਾਜ ਜੀ ਰਹਿਮਤਾਂ ਕਰਦੇ ਨੇ, ਆਪਣੀ ਕਿਰਪਾ ਬਰਸਾਉਂਦੇ ਨੇ। ਅਗਰ ਕਿਸੇ ਨੂੰ ਦਰਸ਼ਨਾਂ ਦੀ ਪਿਆਸ ਹੈ ਕਿ ਮਹਾਰਾਜ ਜੀ ਮੇਰੇ ਹੱਥੋਂ ਲੰਗਰ ਛਕ ਲੈਣ, ਤਾਂ ਮਹਾਰਾਜ ਜੀ ਉਹ ਆਪ ਚੱਲ ਕੇ ਜਾਂਦੇ ਨੇ। 7ਵੇਂ ਪਾਤਸ਼ਾਹ ਲਈ ਇਹ ਬੜੀ ਇਤਿਹਾਸ ਦੇ ਵਿੱਚ ਆਮ ਇਹ ਚਰਚਾ ਹੈ ਕਿ 7ਵੇਂ ਪਾਤਸ਼ਾਹ ਜੀ ਆ ਜਿਹੜੇ ਐਨ ਲੰਗਰ ਪ੍ਰਸ਼ਾਦਾ ਸੁੱਚਮ ਦੇ ਨਾਲ ਤਿਆਰ ਕਰਵਾ ਕੇ ਸੁੱਚਮ ਨਾਲ ਛਕਦੇ ਸਨ। ਆਸਣ ਤੇ ਬੈਠ ਕੇ, ਹੱਥ ਚੰਗੀ ਤਰ੍ਹਾਂ ਸੁੱਚੇ ਕਰਕੇ ਫਿਰ ਛਕਦੇ ਸਨ। ਤੇ ਉਹ ਮਹਾਰਾਜ ਜੀ ਕਦੀ ਸ਼ਿਕਾਰ ਖੇਡਣ ਜਾਣ ਜਾਂ ਕਿਸੇ ਪਾਸੇ ਵੀ ਜਾਣ, ਰਾਹਾਂ ਵਿੱਚ ਇਵੇਂ ਰੁਕ ਕੇ ਕਦੀ ਵੀ ਕਿਤੇ ਪ੍ਰਸ਼ਾਦਾ ਨਹੀਂ ਸੀ ਛਕਿਆ, ਕਿਉਂਕਿ ਮਹਾਰਾਜ ਜੀ ਐਨ ਵਿਧੀ ਵਿਧਾਨ ਨਾਲ ਹੀ ਛਕਦੇ ਸਨ। ਤੋ ਲੇਕਿਨ ਇੱਕ ਮਾਈ, ਬਜ਼ੁਰਗ ਮਾਈ, ਗਰੀਬਣੀ ਜਿਹੀ ਮਾਈ ਹੈ, ਉਹ 7ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਰੋਜ਼ ਬੇਨਤੀਆਂ ਕਰਦੀ ਕਿ ਮਹਾਰਾਜ ਜੀ ਮੇਰਾ ਬੜਾ ਰੀਝ ਆ ਵੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ।
ਤੇ ਮਹਾਰਾਜ ਜੀ ਮੇਰੀ ਗਰੀਬਣੀ ਦਾ ਵੀ ਤੁਸੀਂ ਪ੍ਰਸ਼ਾਦਾ ਛਕ ਲਓਗੇ? ਮੇਰੀ ਗਰੀਬਣੀ ਦਾ ਵੀ ਪ੍ਰਸ਼ਾਦਾ ਛਕ ਲਓਗੇ? ਸੋ ਇੱਕ ਦਿਨ ਉਹ ਪ੍ਰਸ਼ਾਦੇ ਬਣਾ ਕੇ, ਪੌਣੇ 'ਚ ਲਪੇਟ ਕੇ, ਤਾਂ ਉਹ ਲੈ ਕੇ ਤੁਰ ਪਈ ਮਾਈ। ਮਨ ਉਹਦੇ ਜਿਹੜਾ ਪ੍ਰਸ਼ਾਦਾ ਉਹਨੇ ਬਣਾਇਆ, ਉਹਦੀ ਪੂਰੀ ਤਨ, ਮਨ, ਪ੍ਰਾਣ, ਸਵਾਸ ਸਾਰੇ ਕੁਛ ਉਹਨੇ ਵਿੱਚ ਪ੍ਰੇਮ ਦੇ ਭਾਵ ਪਾਏ ਹੋਏ ਨੇ। ਇੰਨੇ ਪ੍ਰੇਮਾ ਭਗਤੀ ਵਿੱਚ ਉਹਨੇ ਬਣਾਇਆ। ਤੋ ਉਹ ਚੱਲੀ ਜਾ ਰਹੀ ਹੈ ਤੇ ਮਹਾਰਾਜ ਜੀ ਪਿੱਛੇ ਸਿੱਖ ਨੇ ਘੋੜਿਆਂ ਤੇ ਸਵਾਰ ਹੋ ਕੇ ਰਸਤੇ ਵਿੱਚ ਉਹਨੂੰ ਮਿਲੇ ਮਾਈ ਨੂੰ। ਤਾਂ ਉੱਥੇ ਮਾਈ ਉਹ ਸਿੱਖਤ ਕਰਦੇ ਪਿੱਛੇ ਹੋ ਜਾਓ ਮਹਾਰਾਜ ਨੇ ਜਾਣਾ ਹੈ ਅੱਗੇ, ਜਿਹੜੇ ਸਿੱਖ ਜਾ ਰਹੇ ਨੇ ਪਿੱਛੇ ਹੋ ਜਾਓ ਮਹਾਰਾਜ। ਲੇਕਿਨ ਉੱਥੇ ਮਹਾਰਾਜ ਜੀ ਉਹਦੇ ਕੋਲ ਆਪਣੇ ਘੋੜਾ ਰੋਕਦੇ ਨੇ। ਰੋਕ ਕੇ ਕਹਿੰਦੇ ਨੇ ਲਿਆ ਮਾਈ ਪ੍ਰਸ਼ਾਦੇ। ਘੋੜੇ ਤੇ ਹੀ ਸਵਾਰ ਮਾਰ ਲਏ। ਸਿੱਖ ਹੈਰਾਨ ਵੀ ਮਹਾਰਾਜ ਤਾਂ ਹੱਥ ਧੋ ਧੋ ਕੇ ਸੁਚਮ ਨਾਲ ਛਕਦੇ ਸਨ। ਸੋ ਮਾਈ ਕੋਲ ਉੱਥੇ ਹੀ ਮਹਾਰਾਜ ਜੀ ਘੋੜੇ ਤੇ ਪ੍ਰਸ਼ਾਦਾ ਛਕ ਲੈਂਦੇ ਨੇ। ਤੋ ਬਾਅਦ ਵਿੱਚ ਸਿੱਖਾਂ ਨੇ ਕਿਹਾ, ਅਗਲੇ ਦਿਨ ਫਿਰ ਸਿੱਖ ਮਹਾਰਾਜ ਜਦੋਂ ਜਾਂਦੇ ਸਨ ਨਾਲ ਰਾਹਾਂ 'ਚ ਲੈ ਗਏ ਪ੍ਰਸ਼ਾਦਾ, ਵੀ ਮਹਾਰਾਜ ਤਾਂ ਇਵੇਂ ਵੀ ਛਕ ਲੈਂਦੇ ਨੇ। ਮਹਾਰਾਜ ਜੀ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਨਹੀਂ ਭਾਈ, ਪ੍ਰਸ਼ਾਦਾ ਐਨ ਬੈਠ ਕੇ ਸੁਚਮ ਨਾਲ ਹੱਥ ਧੋ ਕੇ ਛਕਾਂਗੇ। ਸਿੱਖਾਂ ਨੇ ਕਿਹਾ ਮਹਾਰਾਜ ਜੀ ਕੱਲ ਮਾਈ ਕੋਲੋਂ ਤਾਂ ਤੁਸੀਂ ਐਵੇਂ ਹੀ ਛਕ ਲਿਆ। ਤਾਂ ਉੱਥੇ ਮਹਾਰਾਜ ਨੇ ਕਿਹਾ ਉਹ ਪ੍ਰਸ਼ਾਦੇ ਦੇ ਵਿੱਚ ਉਹਦਾ ਪ੍ਰੇਮ ਇੰਨਾ ਸੀ, ਅਸੀਂ ਖੁਦ ਚੱਲੇ ਗਏ ਦੌੜੇ ਉਹਦੇ ਵੱਲ ਨੂੰ, ਕਿਉਂਕਿ ਬਾਣੀ ਦੇ ਨਿਰਣੇ ਨੇ, ਨਾ ਤੂੰ ਆਵੇ ਵਸ ਬਹੁਤ ਘਨਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ। ਜਿੰਨਾ ਮਰਜ਼ੀ ਅਸੀਂ ਵੇਦ ਗ੍ਰੰਥ ਪੜ੍ਹੀ ਜਾਵੇ, ਇਵੇਂ ਨਹੀਂ ਪਰਮਾਤਮਾ ਵਸ ਆਉਂਦਾ। ਨਾ ਤੂੰ ਆਵੇ ਵਸ ਤੀਰਥ ਨਹਾਈਏ, ਨਾ ਤੂੰ ਆਵੇ ਵਸ ਧਰਤੀ ਧਾਈਏ, ਨਾ ਤੂੰ ਆਵੇ ਵਸ ਕਿਸਤੇ ਸਿਆਣਪੇ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ। ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਅਗਮ ਗੋਚਰਾ ਸਭ ਕੋ ਤੇਰੇ ਵਸ ਹੈ। ਪਰਮਾਤਮਾ ਤੇਰੇ ਵਸ ਆ ਸਾਰਾ ਕੁਝ ਹੈ, ਤਾਂ ਪਰਮਾਤਮਾ ਦੇ ਵਸ, ਲੇਕਿਨ ਭਗਤਾਂ ਦੇ ਵਸ ਪਰਮਾਤਮਾ ਆ ਜਾਂਦਾ ਹੈ। ਸਭ ਕੋ ਤੇਰੇ ਵਸ, ਅਗਮ ਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਸੋ ਆਮ ਧਾਰਨਾ ਲੋਕ ਅੱਗੇ ਪੜ੍ਹਿਆ ਕਰਦੇ ਸਨ, ਕਹਿੰਦੇ ਆ ਵਸ ਰੱਬ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਸੋ ਮਾਈ ਨੇ ਇਹ ਰੱਬ ਨੂੰ ਵਸ ਕਰ ਲਿਆ, ਸਤਵੇਂ ਪਾਤਸ਼ਾਹ ਨੂੰ ਵਸ ਕਰ ਲਿਆ ਪ੍ਰੇਮ ਦੀਆਂ ਡੋਰੀਆਂ ਪਾ ਕੇ। ਸੋ ਉਹ ਮਾਈ ਦੀ ਇੱਕ ਹੋਰ ਗੱਲ ਵੀ ਆਪਣੇ ਇਤਿਹਾਸ ਵਿੱਚ ਆਉਂਦੀ ਹੈ। ਤੇ ਉਹ ਮਾਈ ਨਾ ਜਦੋਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾ ਰਹੀ ਸੀ, ਮਹਾਰਾਜ ਜੀ ਛਕ ਰਹੇ ਸਨ, ਉਹ ਪ੍ਰੇਮ ਵਿੱਚ ਹੱਥ ਜੋੜ ਕੇ ਕਹਿ ਰਹੀ ਸੀ, ਤੁਮ ਪਾਪੀ ਮੈਂ ਬਖਸ਼ਣਹਾਰ। ਮਹਾਰਾਜ ਨੂੰ ਕਹਿ ਰਹੀ ਤੁਮ ਪਾਪੀ ਮੈਂ ਬਖਸ਼ਣਹਾਰ। ਕਹਿਣਾ ਤਾਂ ਚਾਹ ਰਹੀ ਹੈ ਵੀ ਮੈਂ ਪਾਪੀ ਤੁਮ ਬਖਸ਼ਣਹਾਰ, ਲੇਕਿਨ ਉਹ ਅੰਦਰ ਉਹਦਾ ਭਾਵ ਹੋ ਰਿਹਾ, ਜਵਾਨ ਕੁਛ ਹੋਰ ਬੋਲ ਰਹੀ ਹੈ। ਤਾਂ ਸਿੱਖਾਂ ਨੇ ਕਿਹਾ ਮਾਈ ਤੂੰ ਇਹ ਕੀ ਕਹਿੰਦੀ ਆ? ਮਹਾਰਾਜ ਨੇ ਕਿਹਾ ਇਹਨੂੰ ਰੋਕੋ ਨਾ, ਅਸੀਂ ਇਹਦੇ ਅੰਦਰਲੇ ਭਾਵ ਪੜ੍ਹ ਰਹੇ ਹਾਂ, ਕੀ ਕਹਿ ਰਹੀ ਹੈ। ਸੋ ਮਹਾਰਾਜ ਨੇ ਉਹਨੂੰ ਬਖਸ਼ਿਆ ਵੀ, ਕਿਹਾ ਤੇਰੇ ਜਨਮਾਂ ਜਨਮਾਂ ਦੇ ਸਾਰੇ ਜਿਹੜੀ ਬਖਸ਼ ਦਿੱਤੀਆਂ ਤੇਰੇ ਮਾੜੇ ਕਰਮ ਜੋ ਵੀ ਸਨ। ਸੋ ਇੰਨੇ ਦਿਆਲੂ ਕਿਰਪਾਲੂ ਸਤਿਗੁਰ ਸੱਚੇ ਪਾਤਸ਼ਾਹ ਨੇ। ਅਗਰ ਮਹਿਰਾਜ ਦੀ ਧਰਤੀ ਦੇ ਉੱਤੇ ਗਏ ਨੇ ਸਤਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਉੱਥੇ ਮਹਾਰਾਜ ਦਾ ਦੀਵਾਨ ਸਜਿਆ ਹੋਇਆ, ਸੰਗਤਾਂ ਦਾ ਠੱਠਾ ਮਾਰਦਾ ਇਕੱਠ ਵੀ, ਸਾਡੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ, ਵਚਨ ਸੁਣੀਏ ਅਸੀਂ, ਤਾਂ ਕੀ ਦੇਖਦੇ ਨੇ, ਦੋ ਛੋਟੇ ਛੋਟੇ ਬੱਚੇ ਮਹਾਰਾਜ ਦੇ ਕੋਲ ਚੱਲ ਕੇ ਆ ਜਾਂਦੇ ਨੇ। ਉਹ ਬੱਚੇ ਆਪਣਾ ਸ਼ਰਟਸ ਚੱਕਦੇ ਨੇ, ਝੱਗਾ ਬੋਲਦੇ ਆਪਣੇ ਪੰਜਾਬੀਆਂ ਵਿੱਚ, ਉਹ ਝੱਗਾ ਚੱਕ ਕੇ ਨਾ ਤੇ ਆਪਣਾ ਢਿੱਡ ਵਜਾਣਾ ਸ਼ੁਰੂ ਕਰ ਦਿੰਦੇ ਨੇ। ਤਾਂ ਮਹਾਰਾਜ ਜੀ ਮੁਸਕਰਾ ਰਹੇ ਨੇ ਔਰ ਪੁੱਛ ਰਹੇ ਨੇ ਸਿੱਖਾਂ ਨੂੰ ਵੀ ਇਹ ਕਾਲਾ ਸੰਦਰੀ ਜਿਹੜਾ ਹੈ, ਕਾਲਾ ਚੌਧਰੀ ਜਿਹੜਾ ਉਹ ਮਹਾਰਾਜ ਦਾ ਉੱਥੇ ਦਾ ਪ੍ਰਮੁੱਖ ਸੇਵਾਦਾਰ ਹੈ ਉਸ ਨਗਰ ਇਲਾਕੇ ਦਾ। ਮਹਾਰਾਜ ਜੀ ਕਹਿੰਦੇ ਵੀ ਕਾਲੇ ਚੌਧਰੀ ਇਹ ਕੌਣ ਬੱਚੇ ਨੇ, ਕੀ ਕਰ ਰਹੇ ਨੇ? ਅੱਗੇ ਉਹ ਕਾਲਾ ਚੌਧਰੀ ਕਹਿੰਦਾ ਮਹਾਰਾਜ ਜੀ ਇਹ ਮੇਰੇ ਹੀ ਭਤੀਜੇ ਨੇ, ਮੈਂ ਹੀ ਇਹਨਾਂ ਨੂੰ ਸਿਖਾ ਕੇ ਲੈ ਕੇ ਆਇਆ। ਮਹਾਰਾਜ ਕਹਿੰਦੇ ਕੀ ਸਿਖਾ ਕੇ ਲੈ ਕੇ ਆਇਆ? ਕਹਿੰਦਾ ਮਹਾਰਾਜ ਜੀ ਤੇਰੇ ਦਰ ਤੇ ਰੋਟੀ ਮੰਗਦੇ ਨੇ, ਤਾਂ ਢਿੱਡ ਵਜਾ ਰਹੇ ਨੇ, ਰੋਟੀ ਮੰਗ ਰਹੇ ਨੇ, ਤੇਰੇ ਦਰ ਤੋਂ ਭਿੱਖਿਆ ਮੰਗ ਰਹੇ ਨੇ। ਮਹਾਰਾਜ ਕਿਹਾ ਕਾਲੇ ਚੌਧਰੀ ਗੱਲ ਦੱਸ ਸਾਰੀ। ਤੇ ਕਾਲੇ ਚੌਧਰੀ ਨੇ ਕਿਹਾ ਮਹਾਰਾਜ ਜੀ ਮੇਰਾ ਭਰਾ ਜਿਹੜਾ ਉਹ ਮਰ ਚੁੱਕਾ ਹੈ, ਸੋ ਇਹ ਬੱਚੇ ਅਨਾਥ ਹੋ ਚੁੱਕੇ ਨੇ, ਸੋ ਇਹ ਰੋਟੀ ਮੰਗ ਰਹੇ ਨੇ ਤੇਰੇ ਦਰ ਤੋਂ। ਮਹਾਰਾਜ ਨੇ ਕਿਹਾ ਤੂੰ ਤਾਂ ਚੌਧਰੀ ਹੈ, ਮਤਲਬ ਤੇਰੇ ਕੋ ਤਾਂ ਇੰਨਾ, ਤੂੰ ਦੋ ਭਤੀਜੇ ਨਹੀਂ ਪਾਲੇਗਾ? ਉਹ ਕਹਾ ਮਹਾਰਾਜ ਜੀ ਮੈਂ ਤਾਂ ਪਾਲਾਂਗਾ, ਮੈਨੂੰ ਤਾਂ ਆਪਣੇ ਜਾਨ ਤੋਂ ਵੱਧ ਪਿਆਰੇ ਨੇ ਮੇਰੇ ਭਤੀਜੇ, ਕਿਉਂਕਿ ਮੇਰਾ ਭਰਾ ਨਹੀਂ ਰਿਹਾ। ਸੋ ਮੇਰਾ ਤਾਂ ਧਿਆਨ ਹੀ ਨਾ ਚ ਰਹਿੰਦਾ ਮਹਾਰਾਜ ਜੀ, ਜਾਨ ਤੋਂ ਵੱਧ ਪਿਆਰੇ ਨੇ, ਮੈਂ ਤਾਂ ਪਾਲਣ ਨੂੰ ਤਿਆਰ ਆ, ਪਰ ਮੇਰੀ ਘਰ ਵਾਲੀ, ਸਮਝਦੇ ਹੋ ਸੰਗਤ ਜੀ, ਇਹ ਘਰ ਵਾਲੀ ਨਹੀਂ ਮੰਨਦੀ ਵੀ ਮੈਂ ਨਹੀਂ ਇਹ ਬੱਚੇ ਪਾਲਣੇ। ਮਹਾਰਾਜ ਜੀ ਘਰ ਵਾਲੀ ਨਹੀਂ ਮੰਨ ਰਹੇ। ਮਹਾਰਾਜ ਜੀ ਇੰਨੇ ਮੇਰਾਂ ਦੇ ਘਰ ਵਿੱਚ ਆਏ। ਮਹਾਰਾਜ ਨੇ ਕਿਹਾ ਉਹਨਾਂ ਬੱਚਿਆਂ ਨੂੰ ਤੁਸੀਂ ਇਸ ਦਰ ਤੇ ਰੋਟੀ ਮੰਗਣ ਆਏ ਹੋ? ਮਹਾਰਾਜ ਨੇ ਆਪਣੀ ਮੇਰਾਂ ਭਰੀ ਦ੍ਰਿਸ਼ਟੀ ਪਾਈ ਔਰ ਬਚਨ ਕਹੇ, ਤਾਂ ਤੁਸੀਂ ਰਾਜ ਭਾਗ ਮਾਣੋਗੇ। ਸੋ ਪਤਾ ਹੈ ਸੰਗਤ ਜੀ, ਉਹ ਜਿਹੜੇ
ਦਰ ਤੇ ਢਿੱਡ ਵਜਾਉਂਦੇ ਸਨ ਨਾ, ਰੋਟੀ ਮੰਗ ਰਹੇ ਸਨ, ਅਨਾਥ ਹੋ ਗਏ ਸਨ। ਜੀਂਦ ਦੇ 90 ਦੇ ਪਟਿਆਲੇ ਦੇ ਰਾਜੇ ਉਹ ਹੋਏ ਨੇ। ਉਹਨਾਂ ਨੂੰ ਰਾਜ ਭਾਗ ਮਿਲੇ ਮਹਾਰਾਜ ਦੀ। ਇੱਥੇ ਤਾਂ ਦਰ ਤੇ ਭੁੱਖਾ ਰੋਟੀ ਮੰਗਣ ਆ ਜਾਵੇ, ਮਹਾਰਾਜ ਜੀ ਰਾਜ ਭਾਗ ਬਖਸ਼ ਦਿੰਦੇ ਨੇ। ਖਿੰਦ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਨੀਚਿਆਂ ਨੂੰ ਰਾਜ ਬਖਸ਼ ਦਿੰਦਾ ਮਹਾਰਾਜ ਜੀ। ਤੋ ਕਾਲਾ ਚੌਧਰੀ ਆਪਣੇ ਘਰ ਗਿਆ, ਬੜਾ ਖੁਸ਼, ਭਤੀਜਿਆਂ ਨੂੰ ਲੈ ਗਿਆ। ਜਾ ਕੇ ਉਹ ਪਤਨੀ ਨੂੰ ਕਹਿੰਦਾ ਵੀ ਅੱਜ ਤਾਂ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕਰ ਦਿੱਤੀ, ਇੰਨੀ ਬਖਸ਼ਿਸ਼ ਕਰ ਦਿੱਤੀ, ਇਹਨਾਂ ਨੇ ਰਾਜ ਭਾਗ ਬਖਸ਼ ਦਿੱਤਾ। ਪਤਨੀ ਨੂੰ ਪਤਾ ਸੀ ਵੀ ਸਤਿਗੁਰ ਨੇ ਵਚਨ ਕੀਤਾ ਰਾਜੇ ਬਣਨਗੇ ਹੀ ਬਣਨਗੇ। ਹੁਣ ਪਤਨੀ ਤਾਂ ਪਤਨੀ ਹੁੰਦੀ ਭਾਈ। ਉਹ ਕਾਲੇ ਚੌਧਰੀ ਨਾਲ ਲੜਨ ਲੱਗ ਗਈ। ਉਹ ਕਹਿੰਦੇ ਇਹਨਾਂ ਨੇ ਰਾਜ ਭਾਜ ਮੰਗਿਆ ਆ ਹੈ, ਤਾਂ ਤੇਰੇ ਪੁੱਤਰ ਫਿਰ ਇਹਨਾਂ ਨੂੰ ਟੈਕਸ ਭਰਨਗੇ ਜਾਂ ਇਹਨਾਂ ਨੇ ਵੀ ਕੁਛ ਮੰਗ ਕੇ ਆ। ਕਾਲਾ ਚੌਧਰੀ ਫਿਰ ਅਗਲੇ ਦਿਨ ਗੁਰੂ ਦਰਬਾਰ ਵਿੱਚ ਪਹੁੰਚਿਆ, ਆਪਣੇ ਬੱਚਿਆਂ ਨੂੰ ਵੀ ਲੈ ਗਿਆ। ਕਹਿੰਦਾ ਮਹਾਰਾਜ ਜੀ ਬੜੀ ਤੁਸੀਂ ਮਿਹਰ ਕੀਤੀ, ਮੇਰੇ ਭਤੀਜਿਆਂ ਨੂੰ ਰਾਜ ਭਾਗ ਬਖਸ਼ ਦਿੱਤਾ। ਤਾਂ ਮੇਰੀ ਪਤਨੀ ਕਹਿੰਦੀ ਵੀ ਤੇਰੇ ਨਿਆਣੇ ਫਿਰ ਇਹਨਾਂ ਅੱਗੇ ਟੈਕਸ ਭਰਨਗੇ, ਜੋ ਰਾਜੇ ਬਣਨਗੇ ਤਾਂ ਪ੍ਰਜਾ ਨੂੰ ਟੈਕਸ ਦੇਣਾ ਪੈਂਦਾ, ਇਹ ਟੈਕਸ ਭਰਨਗੇ। ਮਹਾਰਾਜ ਜੀ ਇਹਨਾਂ ਤੇ ਵੀ ਬਖਸ਼ਿਸ਼ ਕਰੋ। ਮਹਾਰਾਜ ਨੇ ਕਿਹਾ ਕਾਲੇ ਉਹ ਕੱਲ ਦਾ ਦਿਨ ਤਾਂ ਕੱਲ ਹੀ ਸੀ ਜਦੋਂ ਰਾਜ ਭਾਗ ਬਖਸ਼ੇ ਨੇ, ਅੱਜ ਰਾਜ ਭਾਗ ਨਹੀਂ ਤੇਰੇ ਪੁੱਤਰਾਂ ਨੂੰ ਮਿਲਣਗੇ, ਪਰ ਇਹਨਾਂ ਕੋਲ ਵੀ ਖੁੱਲਾ ਹੋਵੇਗਾ। ਰਾਜਿਆਂ ਨਾਲੋਂ ਘੱਟ ਨਹੀਂ ਹੋਣਗੇ, ਰਾਜੇ ਨਹੀਂ ਹੋਣਗੇ ਪਰ ਰਾਜਿਆਂ ਨਾਲੋਂ ਘੱਟ ਨਹੀਂ ਹੋਣਗੇ, ਪਰ ਇਹ ਜਿਹੜੇ ਰਾਜੇ ਨੇ ਬਣਨਗੇ ਇਹ ਤੇਰੇ ਪੁੱਤਰਾਂ ਨੂੰ ਟੈਕਸ ਨਹੀਂ ਲਾਉਣਗੇ। ਸੋ ਇੰਨਾ ਬਖਸ਼ਿਸ਼ਾਂ ਹੁਣ ਅੱਜ ਦਾ ਦਿਨ ਅੱਜ ਹੀ ਆ ਜਦ ਅਸੀਂ ਗੁਰੂ ਸਾਹਿਬ ਨੂੰ ਸਾਰੇ ਜਣੇ ਧਿਆ ਰਹੇ ਹਾਂ। ਅੱਜ ਜੋ ਵੀ ਕਿਸੇ ਦੀ ਅਰਦਾਸ ਬੇਨਤੀ ਹੈ, ਸਤਿਗੁਰਾਂ ਨੇ ਢਿੱਡ ਵਜਾ ਲੈਣਾ। ਢਿੱਡ ਵਜਾਉਣ ਦਾ ਮਤਲਬ ਆਪਣੀ ਰੂਹ ਦੀ ਬੇਨਤੀ ਕਰ ਲੈਣੀ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰ ਜਿਹੜੇ ਨੇ ਅਗਰ ਕਿਸੇ ਨੂੰ ਪ੍ਰੇਮਾ ਭਗਤੀ ਦਾ ਭੁੱਖਾ, ਕਿਸੇ ਨੂੰ ਦਰਸ਼ਨਾਂ ਦੀ ਪਿਆਸ ਆ, ਮਹਾਰਾਜ ਜੀ ਦੀਆਂ ਉਹ ਝੋਲੀਆਂ ਭਰਦੇ ਨੇ। ਅਗਰ ਕੋਈ ਢਿੱਡ ਤੋਂ ਭੁੱਖਾ ਹੈ, ਮਹਾਰਾਜ ਜੀ ਉਹਨੂੰ ਰਾਜ ਬਖਸ਼ ਦਿੰਦੇ ਨੇ। ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਸਤਿਗੁਰ ਦੇ ਦਰ ਤੋਂ ਮੰਗਦੇ ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰਦੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ, ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਔਰੰਗਜ਼ੇਬ ਵੱਲੋਂ ਸੁਨੇਹਾ ਆਇਆ ਕਿ ਕਿਉਂ ਜਦੋਂ 3 ਵਾਰ ਅਟੈਕ ਕਰਕੇ ਦੇਖ ਲਿਆ ਨਾ ਸਤਵੇਂ ਪਾਤਸ਼ਾਹ ਦੇ ਉੱਤੇ, ਤਾਂ ਉਹਦੇ ਰਾਹ ਵਿੱਚ ਕੋਈ ਮਰ ਗਿਆ, ਕਿਤੇ ਹੈਜਾ ਫੈਲ ਗਿਆ, ਕਿਤੇ ਸੂਲ ਪੈ ਗਈ, ਤਾਂ ਪਹੁੰਚ ਨਹੀਂ ਪਾਏ ਸਤਿਗੁਰਾਂ ਤੱਕ। ਤਾਂ ਔਰੰਗਜ਼ੇਬ ਫਿਰ ਘਬਰਾਇਆ। ਫਿਰ ਇਹਨੇ ਨਿਮਰਤਾ ਸਹਿਤ ਸਤਿਗੁਰਾਂ ਨੂੰ ਚਿੱਠੀ ਪੱਤਰੀ ਭੇਜੀ ਵੀ ਸਾਨੂੰ ਆ ਕੇ ਦਰਸ਼ਨ ਦਿਓ। ਤੋ ਮਹਾਰਾਜ ਨੇ ਕਿਹਾ ਸੀ ਨਹਿ ਮਿਲੈ ਉਸਕੋ ਦਰਸ਼ਨ ਦੇ ਹੈ। 6ਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ ਉਹਨੂੰ ਦਰਸ਼ਨ ਨਹੀਂ ਦੇਣੇ। ਤਾਂ ਹੁਣ 7ਵੇਂ ਪਾਤਸ਼ਾਹ ਵਚਨ ਕਵਾ ਰਹੇ ਨੇ ਵੀ ਦਰਸ਼ਨ ਨਹੀਂ ਦੇਣੇ ਨੇ। ਤਾਂ ਫਿਰ ਮਹਾਰਾਜ ਨੇ ਫਿਰ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਵੀ ਤੁਸੀਂ ਜਾਓ, ਕਿਉਂਕਿ ਬਾਦਸ਼ਾਹ ਨੇ ਹੁਣ ਬੁਲਾਇਆ ਜਾਣਾ ਤਾਂ ਹੈ, ਤੁਸੀਂ ਜਾਓ। ਔਰ ਫਿਰ ਮਹਾਰਾਜ ਜੀ ਨੇ ਕਰਾਮਾਤੀਆਂ ਸ਼ਕਤੀਆਂ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਦਿੱਤੀਆਂ ਵੀ ਡਰਨਾ ਨਹੀਂ, ਘਬਰਾਉਣਾ ਨਹੀਂ ਕਿਸੇ ਵੀ ਤਰ੍ਹਾਂ, ਕਿਉਂਕਿ ਇਹ ਜ਼ਰੂਰੀ ਵੀ ਹੁੰਦਾ। ਹੁਣ ਇੱਥੇ ਸ਼ਕਤੀ ਦਿਖਾਣੀ ਜ਼ਰੂਰੀ ਹੈ, ਕਿਉਂਕਿ ਜਿਹੜਾ ਰਾਜਾ ਜਿਹੜਾ ਹੈ 5ਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਮਾਰਿਆ, 6ਵੇਂ ਪਾਤਸ਼ਾਹ ਤੇ ਜੰਗਾਂ ਕਰਦੇ ਰਹੇ, 7ਵੇਂ ਪਾਤਸ਼ਾਹ ਤੇ ਅਟੈਕ ਕਰਨ ਆਉਂਦੇ ਰਹੇ। ਇੱਥੇ ਮਹਾਰਾਜ ਨੇ ਕਿਹਾ ਵੀ ਤੁਹਾਨੂੰ ਸ਼ਕਤੀਆਂ ਸਾਰੀਆਂ ਦੇ ਕੇ ਭੇਜ ਰਹੇ ਹਾਂ, ਪਰ ਗੁਰੂ ਨਾਨਕ ਦੇ ਘਰ ਦਾ ਜਿਹੜਾ ਦਰ ਉੱਚਾ ਆ ਉਹਨੂੰ ਉੱਚਾ ਹੀ ਬਣਾ ਕੇ ਰੱਖਣਾ। ਸੋ ਬਾਬਾ ਰਾਮ ਰਾਏ ਜੀ ਜਦੋਂ ਚੱਲਣ ਲੱਗੇ ਨਾ, ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਰੱਥ ਸੀਗਾ, ਬਿਨਾਂ ਬੈਲਾਂ ਤੋਂ ਕੋਲ ਖੜ ਕੇ ਰੱਥ ਨੂੰ ਕਹਿੰਦੇ ਚੱਲ ਵੀ ਰੱਥ ਗੇੜੀ ਦੇ। ਤਾਂ ਗੁਰੂ ਦੇ ਦੁਆਲੇ ਪਰਿਕਰਮਾ ਕਰ ਦਿੱਤੀ ਗੇੜੀ। ਉੱਥੋਂ ਪਤਾ ਲੱਗ ਗਿਆ ਵੀ ਸਤਿਗੁਰਾਂ ਨੇ ਵਚਨ ਕਹੇ ਨੇ, ਕਰਾਮਾਤੀ ਸ਼ਕਤੀਆਂ ਲੈ ਕੇ ਗਏ ਨੇ। ਸੋ ਉੱਥੇ ਇਤਿਹਾਸਕਾਰ ਲਿਖਦੇ ਨੇ ਕਿ 72 ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ। ਔਰ ਇਹ ਕਰਾਮਾਤਾਂ ਹੈ ਆਪਾਂ ਰਿੱਧੀਆਂ ਸਿੱਧੀਆਂ ਨਿੱਧੀਆਂ ਬਾਣੀ ਵਿੱਚੋਂ ਅਸੀਂ ਵਿਚਾਰਾਂ ਕਰ ਚੁੱਕੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਲੇਕਿਨ ਜਿਹੜੀ ਭੁੱਲ ਹੋ ਗਈ ਬਾਬਾ ਰਾਮ ਰਾਏ ਕੋਲੋਂ, ਬੜੇ ਗਿਆਨੀ ਧਿਆਨੀ ਸਨ, ਬੰਦਗੀ ਵਾਲੇ ਰੂਹ ਸਨ, ਭੁੱਲ ਇਹ ਹੋ ਗਈ ਕਿ ਉੱਥੇ ਜਦੋਂ ਪੁੱਛਿਆ ਗਿਆ ਦਰਬਾਰ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ। ਸੋ ਉੱਥੇ ਬਾਬਾ ਰਾਮ ਰਾਏ, ਕਿਉਂਕਿ ਔਰੰਗਜ਼ੇਬ ਇੰਨਾ ਸਤਿਕਾਰ ਦਿੰਦਾ ਸੀ, ਕਿਤੇ ਮੇਰਾ ਸਤਿਕਾਰ ਨਾ ਖੋਇਆ ਜਾਵੇ, ਇੰਨਾ ਸਾਰਾ ਕੁਛ। ਉੱਥੇ ਫਿਰ ਉਹ ਜਿਹੜਾ ਹੈ ਅਰਥ ਬਦਲ ਦਿੱਤੇ, ਕਿਹਾ ਨਹੀਂ ਮਿੱਟੀ ਮੁਸਲਮਾਨ ਕੀ ਨਹੀਂ, ਇੱਥੇ ਸਾਡੇ ਵੱਡੇ ਵਡੇਰਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਿੱਟੀ ਬੇਈਮਾਨ ਕੀ। ਸਿੱਖਾਂ ਨੇ ਫਿਰ ਸੁਨੇਹਾ ਦੇ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ, ਕਿ ਗੁਰੂ ਨਾਨਕ ਮਹਾਰਾਜ ਨੇ ਜਿਹੜੇ ਬਚਨ ਕਹੇ ਉਹ ਉਲਟਾਏ ਨੇ ਤੁਹਾਡੇ ਪੁੱਤਰ ਨੇ। ਤਾਂ ਮਹਾਰਾਜ ਨੇ ਫਿਰ ਉੱਥੇ ਸੁਨੇਹਾ ਭੇਜ ਦਿੱਤਾ ਵੀ ਰਾਮ ਰਾਏ ਸਾਡੇ ਮੱਥੇ ਨਾ ਲੱਗੇ। ਰਾਮ ਰਾਏ ਜੀ, ਬਾਬਾ ਰਾਮ ਰਾਏ ਜੀ ਗਏ ਨੇ 7ਵੇਂ ਪਾਤਸ਼ਾਹ ਦੇ ਕੋਲ, ਲੇਕਿਨ ਉਹਨਾਂ ਨੇ ਕਿਹਾ ਸਾਡੇ ਮੱਥੇ ਨਾ ਲੱਗੇ, ਜਿੱਧਰੋਂ ਆਇਆ ਉੱਧਰ ਨੂੰ ਚਲਾ ਜਾਵੇ। ਸੋ ਸਾਰੀ ਉਮਰ ਲਈ ਪੁੱਤਰ ਦਾ ਤਿਆਗ ਕਰ ਦਿੱਤਾ। ਅਗਰ ਬਾਣੀ ਦੀ ਜਿਹੜਾ ਹੈ ਸਤਿਕਾਰ ਵਿੱਚ ਕੋਈ ਕਮੀ ਰੱਖੀ, ਇੱਥੋਂ ਅਸੀਂ ਵੀ ਸਮਝੀਏ।
ਖੁਦ ਮਹਾਰਾਜ ਜੀ ਕਿੰਨਾ ਸਤਿਕਾਰ ਕਰਦੇ ਸਨ ਬਾਣੀ ਦਾ। ਇੱਕ ਵਾਰ ਮਹਾਰਾਜ ਜੀ ਆਪਣੇ ਪਲੰਘੇ ਦੇ ਉੱਤੇ ਵਿਸ਼ਰਾਮ ਕਰ ਰਹੇ ਨੇ, ਤੋ ਸੰਗਤਾਂ ਜਿਹੜੀਆਂ ਨੇ ਉਹ ਕੀਰਤਨ ਕਰਦੀਆਂ ਗੁਰੂ ਦਰਬਾਰ ਤੱਕ ਪਹੁੰਚੀਆਂ ਨੇ ਮਹਾਰਾਜ ਦੇ ਦਰ ਘਰ ਦੇ ਵਿੱਚ। ਮਹਾਰਾਜ ਨੇ ਜਦੋਂ ਕੰਨਾਂ ਵਿੱਚ ਆਵਾਜ਼ ਪਈ, ਇੱਕਦਮ ਉੱਭੜ ਪਾਏ ਉੱਠੇ। ਤੋ ਸਤਿਗੁਰੂ ਦਾ ਗੋਡਾ ਪਲੰਘ ਦੇ ਪਾਵੇ ਵਿੱਚ ਵੱਜਿਆ। ਸਿੱਖਾਂ ਨੇ ਪੁੱਛਿਆ, "ਮਹਾਰਾਜ ਤੁਸੀਂ ਤਾਂ ਖੁਦ ਬਾਣੀ ਹੋ, ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਤੁਸੀਂ ਬਾਣੀ ਦਾ ਇੰਨਾ ਸਤਿਕਾਰ?" ਮਹਾਰਾਜ ਨੇ ਕਿਹਾ, "ਹਾਂ ਭਾਈ, ਬਾਣੀ ਦਾ ਜਿਹੜਾ ਸਤਿਕਾਰ ਕਰੇਗਾ ਉਹਨੂੰ ਹੀ ਬਾਣੀ ਦਾ ਅਸਰ ਹੋਵੇਗਾ। ਸੋ ਬਾਣੀ ਦਾ ਸਤਿਕਾਰ ਵੀ ਜ਼ਰੂਰੀ ਹੈ।" ਇਹ ਵੀ ਸਾਨੂੰ ਮਹਾਰਾਜ ਨੇ ਸਿਖਾਇਆ। ਸੋ ਬੇਅੰਤ ਆਪਣੀਆਂ ਇਤਿਹਾਸ ਦੀਆਂ ਸਾਖੀਆਂ ਨੇ। ਤੋ ਸੱਤਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪ੍ਰੇਮਾ ਭਗਤੀ ਸਤਿਗੁਰਾਂ ਨੇ ਸਾਨੂੰ ਸਮਝਾਇਆ। ਜਿਵੇਂ ਮਾਂ, ਉਹ ਬੁੱਢੀ ਮਾਈ ਪ੍ਰੇਮਾ ਭਗਤੀ ਸੀ, ਮਹਾਰਾਜ ਜੀ ਖੁਦ ਖੁਦ ਚੱਲ ਕੇ ਉਹਦੇ ਕੋਲ ਗਏ। ਇਵੇਂ ਹੀ ਭਾਈ ਗੋਂਦਾ ਜੀ, ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਾਬਲ ਭੇਜਿਆ ਸੀ ਮਹਾਰਾਜ ਨੇ। ਕਾਬਲ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਵੀ ਸਿੱਖੀ ਦਾ ਪ੍ਰਚਾਰ ਸਾਡੇ ਨਗਰ ਇਲਾਕੇ ਵਿੱਚ ਵੀ ਹੋਵੇ। ਤਾਂ ਉੱਥੇ ਮਹਾਰਾਜ ਜੀ ਨੇ ਭਾਈ ਗੋਂਦਾ ਜੀ ਨੂੰ ਭੇਜਿਆ। ਭਾਈ ਗੋਂਦਾ ਜੀ ਨੇ ਕਿਹਾ, "ਮਹਾਰਾਜ ਜੀ ਮੈਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ।" ਇਤਨਾ ਪ੍ਰੇਮ ਕਰਦੇ ਸਨ। ਮਹਾਰਾਜ ਨੇ ਕਿਹਾ, "ਗੁਰੂ ਦੇ ਦਰਸ਼ਨ ਤਾਂ ਅੰਤਰਾਤਮਾ ਹੀ ਹੋ ਜਾਂਦੇ ਨੇ, ਅੰਦਰ ਪ੍ਰੇਮ ਹੋਣਾ ਚਾਹੀਦਾ। ਅੱਛਾ, ਸਾਨੂੰ ਕਿਸ ਨਾਲ ਪ੍ਰੇਮ ਹੋਵੇ ਤਾਂ ਉਹਦੀ ਉਹਦੀ ਸੂਰਤ ਅੱਗੇ ਹੀ ਰਹਿੰਦੀ ਨਾ, ਉਹਦੀ ਮੂਰਤੀ।" ਤੋ ਬਸ ਫਿਰ ਇਵੇਂ ਇਸ਼ਾਰਾ ਸਮਝ ਕੇ ਭਾਈ ਗੋਂਦਾ ਜੀ ਚਲੇ ਗਏ। ਤਾਂ ਇੱਕ ਦਿਨ ਅੰਮ੍ਰਿਤ ਵੇਲੇ ਉੱਠੇ, ਆਪਣਾ ਰੋਜ਼ ਪ੍ਰਚਾਰ ਕਰ ਰਹੇ ਸਨ। ਤੇ ਸਤਿਗੁਰਾਂ ਦੇ ਨਾਲ ਇਤਨਾ ਪ੍ਰੇਮ ਅੰਦਰੋਂ ਆ ਰਿਹਾ ਹੈ। ਬਸ ਜਿਉਂ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗੇ, ਪ੍ਰੇਮ ਵਿੱਚ ਭਿੱਜ ਗਏ। ਤੋ ਇਤਿਹਾਸਕਾਰ ਲਿਖਦੇ ਨੇ ਕਿ ਸਵੇਰ ਤੋਂ ਲੈ ਕੇ ਦੁਪਹਿਰ ਦੇ ਸਮੇਂ ਤੱਕ ਭਾਈ ਗੋਂਦਾ ਜੀ ਸਤਿਗੁਰਾਂ ਦੇ ਚਰਨ ਪਕੜੇ ਹੋਏ ਨੇ। ਇੱਧਰ ਕੀਰਤਪੁਰ ਸਾਹਿਬ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਵੀ ਐਨ ਅੱਖਾਂ ਬੰਦ, ਨੇਤਰ ਬੰਦ ਨੇ ਤੇ ਅੰਤਰਾਤਮੇ ਲੀਨ ਨੇ। ਤੋ ਸਿੱਖ ਲੰਗਰ ਛਕਾਉਣ ਨੂੰ ਹੁਣ ਦੁਪਹਿਰਾ ਵੀ ਆ ਗਿਆ, ਦੀਵਾਨਾਂ ਦਾ ਵੀ ਸਮਾਪਤੀ ਹੋ ਗਈ ਸਾਰਾ ਕੁਛ, ਲੇਕਿਨ ਮਹਾਰਾਜ ਜੀ ਆਪਣੇ ਨੇਤਰ ਨਹੀਂ ਖੋਲ ਰਹੇ। ਹੁਣ ਜਦੋਂ ਮਹਾਰਾਜ ਨੇ ਨੇਤਰ ਖੋਲਦਿਆਂ ਫਿਰ ਕਿਹਾ, "ਸਿੱਖਾਂ ਨਿਹਾਲ, ਨਿਹਾਲ, ਨਿਹਾਲ।" ਫਿਰ ਸੇਵਕ ਸਿੱਖਾਂ ਨੇ ਬੇਨਤੀ ਕੀਤੀ, "ਮਹਾਰਾਜ ਜੀ ਅੱਜ ਕੀ ਕੌਤਕ ਵਾਪਰਿਆ? ਤੁਸੀਂ ਲੰਗਰ ਵੀ ਨਹੀਂ ਛਕਿਆ, ਸੋ ਤੁਸੀਂ ਨੇਤਰ ਵੀ ਆਪਣੇ ਹੁਣ ਖੋਲੇ ਨੇ।" ਉੱਥੇ ਮਹਾਰਾਜ ਨੇ ਦੱਸਿਆ ਵੀ ਸਾਡੇ ਸਿੱਖ ਨੇ ਸਾਡੇ ਜਿਹੜੇ ਚਰਨ ਪਕੜੇ ਹੋਏ ਸਨ, ਔਰ ਅਸੀਂ ਤਾਂ ਹੈ ਹੀ ਪ੍ਰੇਮਾ ਭਗਤੀ ਦੇ ਭੁੱਖੇ ਹਾਂ। ਤੋ ਅਸੀਂ ਇੰਨਾ ਉਸ ਵਿੱਚ ਰਸ ਲੈ ਰਹੇ ਸੀ, ਸਾਡਾ ਵੀ ਮਨ ਨਹੀਂ ਸੀ ਹੋ ਰਿਹਾ ਵੀ ਅਸੀਂ ਤੋਂ ਬਾਹਰ ਨਿਕਲੀਏ। ਸੋ ਇਹ ਜਿਹੜਾ ਭਗਤ ਲੋਕ ਨੇ ਨਾ, ਇਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਵਸ ਕਰ ਲੈਂਦੇ ਨੇ। ਸੋ ਪ੍ਰੇਮਾ ਭਗਤੀ ਜਿਹੜੀ ਹੈ ਉੱਤਮ ਭਗਤੀ ਹੈ। ਸਾਡੇ ਅੰਦਰ ਵੀ ਪ੍ਰੇਮ ਹੋਵੇ ਆਪਣੇ ਗੁਰੂ ਦੇ ਲਈ, ਪਾਰ ਬ੍ਰਹਮ ਪਰਮਾਤਮਾ ਦੇ ਲਈ। ਤੋ ਫਿਰ ਗੁਰੂ ਮਹਾਰਾਜ ਦੀ ਰਹਿਮਤਾਂ ਬਖਸ਼ਿਸ਼ਾਂ, ਇਹ ਪ੍ਰੇਮਾ ਭਗਤੀਆਂ ਵੀ ਸਾਡੇ ਉੱਤੇ ਵਸਣ, ਅਸੀਂ ਵੀ ਨਿਰਵੈਰ ਹੋਈਏ ਸਤਿਗੁਰਾਂ ਦੀ ਤਰ੍ਹਾਂ। ਔਰ ਸਤਿਗੁਰਾਂ ਨੇ ਜਿਹੜਾ ਲੰਗਰ ਦੀ ਪ੍ਰਥਾ ਨੂੰ ਹੋਰ ਪਰਪੱਕ ਕੀਤਾ ਸੀ। ਸਿੱਖਾਂ ਨੂੰ ਕਿਹਾ ਸੀ ਹਰ ਇੱਕ ਸਿੱਖ ਦਾ ਘਰ ਲੰਗਰਖਾਨਾ ਹੋ ਜਾਵੇ, ਕੋਈ ਲੋੜਵੰਦ ਅਗਰ ਆਵੇ ਸਿੱਖ ਦੇ ਘਰੋਂ ਭੁੱਖਾ ਨਾ ਜਾਵੇ। ਇਹ ਵੀ ਔਰ ਹੋਰ ਸੱਤਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਹੜਾ ਦਸਵੰਧ ਕੱਢਣਾ ਪਰਪੱਕ ਕਰਾਇਆ। ਮਹਾਰਾਜ ਕਹਿੰਦਾ ਦਸਵੰਧ ਜ਼ਰੂਰ ਕੱਢੋ। ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਸਿੱਖ ਆਇਆ, ਸੰਗਤਾਂ ਬੈਠੀਆਂ ਸਨ, ਗੁਰੂ ਪਾਸ ਆਂਦੇ ਆਪਣੇ, ਕਿਉਂਕਿ ਗੁਰੂ ਕੀ ਹੈ? ਗੁਰ ਦਾਤਾ ਗੁਰ ਹਿਵੇ ਕਰ, ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮੰਗੇ, ਮਨ ਮਾਨੀਏ ਸੱਚ ਹੋਏ। ਗੁਰੂ ਏਡਾ ਵੱਡਾ ਸਾਰੀਆਂ ਦਾਤਾਂ ਦਾ ਮਾਲਿਕ ਹੈ ਗੁਰੂ। ਤਿੰਨਾਂ ਲੋਕਾਂ ਦਾ ਗਿਆਨ ਦੇਣ ਵਾਲਾ ਚਾਨਣ ਹੈ ਗੁਰੂ। ਗੁਰਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਸੋ ਦਾਤੇ ਪਾਸ ਆਏ। ਸਿੱਖ ਨੇ ਕਿਹਾ ਕਿ ਮਹਾਰਾਜ ਜੀ ਮੇਰਾ ਚੰਗਾ ਭਲਾ ਕਾਰੋਬਾਰ ਚੱਲਦਾ ਸੀ, ਘਾਟੇ ਹੀ ਪਈ ਜਾ ਰਹੇ ਨੇ, ਘਾਟੇ ਪਈ ਜਾ ਰਹੇ ਨੇ। ਸਤਿਗੁਰਾਂ ਨੇ ਕਿਹਾ, ਭਾਈ ਤੂੰ ਦਸਵੰਧ ਨਹੀਂ ਕੱਢਦਾ? ਜਿਹੜਾ ਸਤਿਗੁਰਾਂ ਨੇ ਹੁਕਮ ਕੀਤਾ ਹੈ ਉਹਨੂੰ ਕਮਾਓ ਬਚਨ ਨੂੰ, ਤੇ ਤੁਹਾਡਾ ਲਹਿਰਾਂ ਬਹਿਰਾਂ ਹੋ ਜਾਣਗੀਆਂ। ਉਹਨੇ ਕਿਹਾ, ਮਹਾਰਾਜ ਜੀ 7 ਵਚਨ। ਨਾਲ ਇੱਕ ਹੋਰ ਸਿੱਖ ਬੈਠਾ ਸੀ, ਉਹਨੇ ਕਿਹਾ, ਮਹਾਰਾਜ ਜੀ ਇਹ ਤਾਂ ਬੜਾ ਸਰਦਾ ਪੁੱਜਦਾ, ਇਹ 10ਵਾਂ ਹਿੱਸਾ ਕਿ ਇਹ ਤਾਂ ਜਿੰਨਾ ਮਰਜ਼ੀ ਕੱਢੀ ਜਾਵੇ। ਲੇਕਿਨ ਮਹਾਰਾਜ ਜੀ ਮੈਂ ਤਾਂ ਗਰੀਬੜਾ ਜਿਹਾ, ਮਿਹਨਤ ਮਜ਼ਦੂਰੀ ਕਰਕੇ ਛਕਣ ਵਾਲਾ। ਮਹਾਰਾਜ ਜੀ ਰੋਜ਼ ਦੀ ਮਜ਼ਦੂਰੀ ਕਰਕੇ ਘਰ ਵਿੱਚ ਪ੍ਰਸ਼ਾਦਾ ਸਾਡੇ ਪੱਕਦਾ, ਤੇ ਮੈਂ ਕਿਵੇਂ ਦਸਵੰਧ ਕੱਢਾਂ? ਉਨਾ ਹੀ ਆਉਂਦਾ, ਉਨਾ ਹੀ ਸਾਡਾ ਲੱਗ ਜਾਂਦਾ, ਔਰ ਕਈ ਵਾਰ ਮਿਹਨਤ ਮਜ਼ਦੂਰੀ ਵੀ ਨਹੀਂ ਮਿਲਦੀ। ਤਾਂ ਮਹਾਰਾਜ ਨੇ ਉਹਨੂੰ ਸਿੱਖ ਨੂੰ ਕਿਹਾ, ਭਾਈ ਇੱਕ ਵਕਤ ਕਿੰਨੇ ਪ੍ਰਸ਼ਾਦੇ ਛਕਦਾ? ਉਹਨੇ ਕਿਹਾ, ਮਹਾਰਾਜ ਜੀ 4। ਸੋ ਮਹਾਰਾਜ ਨੇ ਕਿਹਾ ਵੀ 3 ਛਕਣੇ ਸ਼ੁਰੂ ਕਰ ਦੇ। ਉਹਨੇ ਕਿਹਾ 7 ਵਚਨ। ਫਿਰ ਗੁਰੂ ਮਹਾਰਾਜ ਨੇ ਕਿਹਾ, ਦਿਨ ਵਿੱਚ ਕਿੰਨੀ ਵਾਰ ਛਕਦਾ? ਕਿਹਾ, ਮਹਾਰਾਜ ਜੀ 3 ਵਾਰ। ਸੋ ਮਹਾਰਾਜ ਨੇ ਕਿਹਾ, ਫਿਰ ਦਿਨ ਵਿੱਚ ਕਿੰਨੇ ਪ੍ਰਸ਼ਾਦਿਆਂ ਦਾ ਆਟਾ ਬਚ ਗਿਆ? ਵੀ 3 ਵਾਰ ਛਕਦਾ, ਇੱਕ ਇੱਕ ਪ੍ਰਸ਼ਾਦਾ ਘੱਟ ਕਰੇਗਾ, ਕਿ ਦਿਨ ਵਿੱਚ 3 ਪ੍ਰਸ਼ਾਦਿਆਂ ਦਾ ਆਟਾ ਬਚ ਗਿਆ ਨਾ? ਉਹਨੇ ਕਿਹਾ, ਹਾਂਜੀ ਮਹਾਰਾਜ।
ਮਹਾਰਾਜ ਨੇ ਕਿਹਾ ਫਿਰ 90 ਦਿਨਾਂ ਸੌਰੀ 30 ਦਿਨਾਂ ਵਿੱਚ ਕਿੰਨੇ ਪ੍ਰਸ਼ਾਦਿਆਂ ਦਾ ਆਟਾ ਬਚੇਗਾ? ਉਹਨੇ ਕਿਹਾ ਮਹਾਰਾਜ ਜੀ 90 ਪ੍ਰਸ਼ਾਦਿਆਂ ਦਾ। ਤਾਂ ਮਹਾਰਾਜ ਨੇ ਕਿਹਾ ਮਹੀਨੇ ਬਾਅਦ ਕਿਸੇ ਉਸ ਗਰੀਬ ਦੇ ਘਰ ਜਾ ਕੇ ਦੇ ਆਈ ਜਿਹਦੇ ਘਰ ਰੋਟੀ ਵੀ ਨਹੀਂ ਪੱਕਦੀ। ਤੇਰੇ ਤਾਂ ਪੱਕਦੀ ਪਈ ਆ ਨਾ, ਜਿਹਦੇ ਨਹੀਂ ਪੱਕਦੀ ਉਹਦੇ ਦੇ ਆਈ, ਤਾਂ ਸਮਝ ਲਈ ਤੇਰਾ ਦਸਵੰਧ ਸਾਨੂੰ ਪਹੁੰਚ ਗਿਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਸੰਗਤ ਜੀ ਦਸਵੰਧ ਜ਼ਰੂਰ ਕੱਢੀਏ, ਦਸਵੰਧ ਦੇ ਨਾਲ ਬਰਕਤਾਂ ਆਉਂਦੀਆਂ ਨੇ। ਸਾਨੂੰ ਭੁਲੇਖੇ ਨੇ ਵੀ ਸ਼ਾਇਦ ਇਹ ਜਾ ਰਿਹਾ ਸਾਡੇ ਕੋਲੋਂ, ਸਾਨੂੰ ਇਹ ਨਹੀਂ ਪਤਾ ਵੀ 10ਵਾਂ ਹਿੱਸਾ ਕੱਢ ਕੇ 100 ਗੁਣਾ ਹੋਰ ਆ ਰਿਹਾ। ਇੰਨਾ ਜ਼ਿਆਦਾ ਦਸਵੰਧ ਵਿੱਚ ਬਰਕਤਾਂ ਨੇ। ਸੋ ਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੰਡਣਾ ਸਿਖਾਇਆ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਹੜੀ ਆਪਣੀ ਘਾਲਾ ਕਰਕੇ ਹੱਥੋਂ ਵੰਡਦਾ ਆ, ਉਹਨੇ ਤਾਂ ਅਸਲੀ ਰਾਹ ਹੀ ਪਛਾਣ ਲਿਆ ਵੀ ਮੇਰਾ ਕਲਿਆਣ ਕਿਵੇਂ ਹੋਏ। ਇਹ ਕਲਿਆਣ ਦਾ ਰਾਹ ਉਹਨੂੰ ਮਿਲ ਜਾਂਦਾ। ਹੋਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਆਪਣੇ ਸਰੀਰ ਦੇ ਨਾਲ ਦਾਨ ਪੁੰਨ ਕਰਦਾ ਨਾ, ਉਹ ਗ੍ਰਸਤੀ ਤਾਂ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਂਦਾ। ਸੋ ਇਹ ਨਾਲ ਬਹੁਤ ਕੁਝ ਸਾਡਾ ਜਿਹੜੇ ਰੋਗ, ਕਸ਼ਟ, ਵਿਘਨ, ਰੁਕਾਵਟਾਂ ਦੂਰ ਹੁੰਦੀਆਂ ਨੇ ਜਦੋਂ ਆਪਣੀਆਂ ਸੁੱਚੀਆਂ ਕਿਰਤ ਕਮਾਈਆਂ ਅੱਛੇ ਕਾਰਜਾਂ ਦੇ ਵਿੱਚ ਲੱਗ ਜਾਂਦੀਆਂ ਨੇ। ਆਪਣੇ ਲਈ ਤਾਂ ਵਰਤਣਾ, ਲੇਕਿਨ ਸੰਸਾਰ ਵੀ ਸਾਡਾ ਹੀ ਹੈ। ਤੋ ਜਦੋਂ ਹੁਣ 7ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਦੇਖਿਆ ਕਿ ਬਾਬਾ ਰਾਮ ਰਾਏ ਨੂੰ ਤੁਹਾਨੂੰ ਕਹਿਤਾ ਮੱਥੇ ਹੀ ਨਹੀਂ ਲੱਗਣਾ, ਔਰ ਆਪਣੇ ਜੋ ਛੋਟੇ ਸੁਪੁੱਤਰ ਨੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉਹਨਾਂ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਸੌਂਪੀ, ਜਿਹੜੇ ਕਿ 5 ਸਾਲਾਂ ਦਾ ਹਾਲੇ ਸਰੀਰ ਸੀ। ਸੋ ਇਹ ਬਹੁਤ ਵੱਡਾ ਇੱਕ ਸਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਵੀ 5 ਸਾਲਾਂ ਦੇ ਬਾਲਕ ਨੂੰ, 5 ਸਾਲਾਂ ਦੇ ਬਾਲਕ ਨੂੰ ਗੁਰਤਾ ਗੱਦੀ। ਤਾਂ ਜਦੋਂ ਰਾਜਾ ਜੈ ਸਿੰਘ ਨੇ ਬੇਨਤੀ ਭੇਜੀ ਸੀ, ਸਤਿਗੁਰਾਂ ਦਾ ਬਹੁਤੇ ਇਤਿਹਾਸ ਵੱਲ ਨੂੰ ਅਸੀਂ ਨਾ ਜਾਈਏ, ਇੱਕ ਘਟਨਾ ਨੂੰ ਲੈ ਲਈਏ। ਰਾਜਾ ਜੈ ਸਿੰਘ ਬੇਨਤੀ ਕਰਨ ਆਇਆ ਸੀ, ਮਹਾਰਾਜ ਜੀ ਦਿੱਲੀ ਵੀ ਆ ਕੇ ਦਰਸ਼ਨ ਦਿਓ, ਸੰਗਤਾਂ ਦਾ ਕਲਿਆਣ ਕਰੋ। ਕਿਉਂਕਿ ਪਹਿਲਾਂ ਤਾਂ ਔਰੰਗਜ਼ੇਬ ਬੁਲਾਉਂਦਾ ਸੀ, ਮਹਾਰਾਜ ਜੀ ਨਹੀਂ ਗਏ, ਕਹਿ ਨੈ ਮਲੈਸ਼ ਕੋ ਦਰਸ਼ਨ ਦੇ, ਉਹਨੂੰ ਦਰਸ਼ਨ ਨਹੀਂ ਦੇਣੇ। ਰਾਜਾ ਜੈ ਸਿੰਘ ਆਪਣੀ ਬੇਨਤੀ ਕਰਕੇ ਲੈ ਕੇ ਗਿਆ। ਰਸਤੇ ਵਿੱਚ ਮਹਾਰਾਜ ਜੀ ਅੰਬਾਲੇ ਰੁਕੇ ਨੇ। ਉੱਥੇ ਇੱਕ ਪੰਡਤ ਲਾਲ ਹੈ, ਉਹ ਬੜਾ ਵੇਦਾਂ ਗ੍ਰੰਥਾਂ ਦਾ ਗਿਆਤਾ ਹੈ, ਉਹ ਕਿੰਨਿਆਂ ਨੂੰ ਹਰਾ ਚੁੱਕਾ ਹੈ। ਸੋ ਆਪਣੀ ਦਿਗਵਿਜੇ ਦੇ ਝੰਡੇ ਚੱਕੀ ਫਿਰਦਾ। ਉਹ ਸਿੱਖਾਂ ਨੂੰ ਕਹਿੰਦਾ, ਉਹ ਤੁਸੀਂ ਕਿੱਥੇ ਵੀ ਹੀਰਾ ਕੱਤੀ ਜਾ ਰਹੇ ਹੋ। ਮਹਾਰਾਜ ਜਦੋਂ ਆਪਣੇ ਅੰਬਾਲੇ ਪੰਜੋਖੜੇ ਰੁਕੇ ਨੇ ਨਾ, ਸੰਗਤਾਂ ਹੀਰਾ ਕੱਤੀ ਸਤਿਗੁਰਾਂ ਦੇ ਦਰਸ਼ਨ ਕਰਨ ਜਾ ਰਹੀਆਂ ਨੇ। ਸਿੱਖਾਂ ਨੇ ਕਿਹਾ ਸੀ ਆਪਣੇ ਸਤਿਗੁਰ ਦੇ ਦਰਸ਼ਨ ਕਰਨ ਜਾ ਰਹੇ ਹਾਂ। ਪੁੱਛਿਆ ਕੌਣ ਨੇ ਤੁਹਾਡੇ ਸਤਿਗੁਰ ਜੀ? ਉਹਨਾਂ ਨੇ ਕਿਹਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਆ ਸਾਡੇ ਸਤਿਗੁਰਾਂ ਦਾ ਨਾਮ। ਸੋ 5 ਸਾਲਾਂ ਦੇ ਸੀ ਜਦੋਂ ਉਹਨਾਂ 'ਚ ਜੋਤ ਪ੍ਰਵੇਸ਼ ਕਰ ਗਈ ਗੁਰੂ ਨਾਨਕ ਦੀ, ਤਾਂ ਹੁਣ ਤਾਂ ਉਹ 7 ਸਾਲਾਂ ਦੇ ਨੇ। ਉਹ ਪੰਡਤ ਲਾਲ ਕਹਿੰਦਾ, ਉਹ ਭੋਲਿਓ ਭਾਲਿਓ ਸਿੱਖੋ, ਉਹ 5 ਸਾਲ ਦਾ ਬਾਲਕ ਵੀ ਗੁਰੂ ਹੋ ਸਕਦਾ? ਇਹ ਤਾਂ ਹੋ ਹੀ ਨਹੀਂ ਸਕਦਾ ਹੈ। ਕਹਿੰਦਾ ਐਵੇਂ ਤੁਸੀਂ ਮਗਰ ਲੱਗੇ ਹੋ। ਸਿੱਖਾਂ ਨੇ ਕਿਹਾ ਵੀ ਸਾਨੂੰ ਨਹੀਂ ਪਤਾ, ਸਾਡੇ ਤਾਂ ਸਤਿਗੁਰ ਨੇ, ਤੂੰ ਜਾ ਕੇ ਇਦਾਂ ਦੇ ਸਵਾਲ ਕਰ ਲਾ। ਸੋ ਪੰਡਤ ਲਾਲ ਤੁਰ ਪਿਆ ਵੀ ਮੈਨੂੰ ਇੰਨੇ ਵੇਦਾਂ ਸ਼ਾਸਤਰਾਂ ਦਾ ਗਿਆਨ। ਪੰਡਤ ਲਾਲ ਗਿਆ ਜਾ ਕੇ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ, ਆਪਣਾ ਨਾਮ ਇਤਨਾ ਵੱਡਾ ਰਖਾ ਲਿਆ, ਹਰਕ੍ਰਿਸ਼ਨ ਹੈ, ਹਰਕ੍ਰਿਸ਼ਨ ਨਾਮ ਰਖਵਾ ਲਿਆ। ਉਹ ਕ੍ਰਿਸ਼ਨ ਭਗਵਾਨ ਨੇ ਤਾਂ ਗੀਤਾ ਲਿਖੀ ਸੀ, ਐਡਾ ਵੱਡਾ ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਨਾਮ ਰਖਾ ਲਿਆ। ਜਰਾ ਗੀਤਾ ਦੇ ਅਰਥ ਕਰਕੇ ਸੁਣਾ ਦੋ। ਮੇਰਾ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਤਿਗੁਰਾਂ ਨੇ ਕਿਹਾ ਵੀ ਅਸੀਂ ਅਰਥ ਕੀ ਕਰਨੇ ਨੇ? ਇਹ ਤਾਂ ਗੁਰੂ ਨਾਨਕ ਦੇ ਗੱਦੀ ਦੀ ਇੰਨੀ ਬਖਸ਼ਿਸ਼ ਹੈ, ਤੂੰ ਕਿਸੇ ਨੂੰ ਵੀ ਫੜ ਕੇ ਲੈ ਆ, ਉਹੀ ਅਰਥ ਕਰ ਦੇਗਾ ਗੀਤਾ ਦੇ। ਪੰਡਤ ਲਾਲ ਨੇ ਕਿਹਾ, ਇਹ ਬਾਲਕ ਨੇ 7 ਸਾਲਾਂ ਦਾ ਬਾਲਕ ਐਡੀ ਵੱਡੀ ਗੱਲ ਕਹਿ ਦਿੱਤੀ। ਤੋ ਪੰਡਤ ਲਾਲ ਫਿਰ ਪਿੰਡ ਵਿੱਚ ਗਿਆ। ਸੋ ਸੰਗਤ ਜੀ ਆਪ ਜੀ ਸਾਰਿਆਂ ਦੇ ਜਵਾਨ ਤੇ ਨਾਮ ਆ ਗਿਆ, ਮੁਸਕਰਾ ਵੀ ਰਹੇ ਹੋ ਵੀ ਕਿਹਨੂੰ ਲੈ ਕੇ ਆਇਆ ਹੈ। ਤੋ ਝੀਵਰ ਜਾਤੀ ਦਾ ਜਿਹੜਾ ਛੱਜੂ ਝੀਵਰ, ਜਿਹੜਾ ਅਨਪੜ੍ਹ ਵੀ ਸੀ, ਗੂੰਗਾ ਵੀ ਸੀ, ਬੋਲਾ ਵੀ ਸੀ, ਉਹਨੂੰ ਫੜ ਕੇ ਲੈ ਆਇਆ। ਕਹਿੰਦਾ ਐਡੀ ਵੱਡੀ ਗੱਪ ਮਾਰ ਦਿੱਤੀ 7 ਸਾਲ ਦੇ ਬਾਲਕ ਨੇ, ਵੀ ਇਹਨੂੰ ਲੈ ਕੇ ਜਾਣਾ। ਕਹਿੰਦਾ ਕਿਸੇ ਨੂੰ ਫੜ ਕੇ ਲੈ ਆਓ। ਸੋ ਲੈ ਕੇ ਮਹਾਰਾਜ ਨੇ ਕਿਹਾ ਇਹਨੂੰ ਇਸ਼ਨਾਨ ਕਰਵਾਇਆ ਜਾਵੇ। ਇਸ਼ਨਾਨ ਕਰਾ ਕੇ ਸਾਫ ਵਸਤਰ ਪਾ ਕੇ ਉਹਦੇ ਆਸਣ ਲਗਾ ਕੇ ਮਹਾਰਾਜ ਨੇ ਬਿਠਵਾ ਦਿੱਤਾ ਛੱਜੂ ਝੀਵਰ ਨੂੰ। ਤੇ ਮਹਾਰਾਜ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਛੜੀ ਰੱਖਦੇ ਸਨ, ਤੋ ਛੜੀ ਰੱਖ ਦਿੱਤੀ ਉਹਦੇ ਛੱਜੂ ਝੀਵਰ ਦੇ ਸੀਸ ਦੇ ਉੱਤੇ। ਮਹਾਰਾਜ ਨੇ ਕਿਹਾ ਪੰਡਤ ਲਾਲ ਨੂੰ ਪੁੱਛੋ ਇਸਨੂੰ ਕੀ ਪੁੱਛਣਾ ਤੁਸੀਂ। ਪੰਡਤ ਲਾਲ ਨੇ ਗੀਤਾ ਦੇ ਸੰਸਕ੍ਰਿਤ ਦੇ ਸ਼ਲੋਕ ਪੜ੍ਹਨੇ ਸ਼ੁਰੂ ਕਰਤੇ, ਇਹਦੇ ਅਰਥ ਕਰੋ। ਸੰਗਤ ਜੀ ਕਮਾਲ ਹੋ ਗਈ। ਉਹ ਜਿਹੜਾ ਅਨਪੜ੍ਹ ਸੀ, ਗੂੰਗਾ ਸੀ, ਬੋਲਾ ਸੀ, 16 ਤਰ੍ਹਾਂ ਦੇ ਅਰਥ ਕੱਢ ਕੇ ਰੱਖ ਦਿੱਤੇ ਕਿ ਉਹ ਜਿਹੜਾ ਪੰਡਤ ਲਾਲ ਹੈ, ਉਹ ਤਾਂ ਹੈਰਾਨ ਹੋ ਗਿਆ। ਉੱਥੇ ਪੰਡਤ ਲਾਲ ਨੇ ਫਿਰ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਕੇ ਕਹਿ ਦਿੱਤਾ, ਮਹਾਰਾਜ ਜੀ ਗੁਰੂ ਨਾਨਕ ਦਾ ਘਰ ਤਾਂ ਇਹੋ ਜਿਹਾ ਹੈ, ਗੂੰਗੇ ਤੇ ਗੀਤਾ ਬਲਵਾਵੇ।
ਆਹ ਗੀਤਾ ਦੇ ਅਰਥ ਤਾਂ ਮੈਨੂੰ ਵੀ ਨਹੀਂ ਆਉਂਦੇ ਜਿਹੜੇ ਤੁਸੀਂ ਗੂੰਗੇ ਨੂੰ ਬੁਲਵਾ ਦਿੱਤੇ। ਉਹਨੇ ਕਿਹਾ ਮਹਾਰਾਜ ਜੀ ਮੇਰੇ ਸੀਸ ਤੇ ਵੀ ਛੜੀ ਰੱਖ ਦਿਓ। ਜਦ ਕਿ ਆਪਣੇ ਨੂੰ ਪੰਡਤ ਵਿਦਵਾਨ ਸਮਝਦਾ ਸੀ। ਉਹੀ ਪੰਡਤ ਲਾਲ ਇਹ ਫਿਰ ਗੁਰੂ ਨਾਨਕ ਦੇ ਘਰ ਦਾ ਇੰਨਾ ਪ੍ਰੇਮੀ ਹੋ ਗਿਆ। ਦਸਮ ਪਾਤਸ਼ਾਹ ਵੇਲੇ ਇਹਨੇ ਅੰਮ੍ਰਿਤ ਵੀ ਛਕਿਆ, ਲਾਲ ਸਿੰਘ ਵੀ ਸਜਿਆ ਔਰ ਇਹਨੇ ਜਦੋਂ 40 ਮੁਕਤਿਆਂ ਦੀਆਂ ਸ਼ਹੀਦੀਆਂ ਉਹਦੇ ਵਿੱਚ ਇੱਕ ਇਹ ਲਾਲ ਸਿੰਘ ਵੀ ਸੀ ਜਿਹੜਾ 40 ਮੁਕਤਿਆਂ ਵਿੱਚ ਇਹਨੇ ਆਪਣੀ ਸ਼ਹੀਦੀ ਪਾਈ ਹੈ। ਤੋ ਸੰਗਤ ਜੀ, ਗੁਰੂ ਨਾਨਕ ਦੇ ਘਰ ਦੀ ਮਹਿਮਾ ਅਗਾਧ ਬੋਧ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਲਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਪੰਕਤੀ ਜਿਹੜੀ ਅਰਦਾਸ ਹੈ ਨਾ ਮਹਾਰਾਜ ਜੀ ਵਿੱਚ ਅਸੀਂ ਪੜ੍ਹਦੇ ਹਾਂ, ਪ੍ਰੀਤਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁੱਖ ਜਾਏ। ਪੂਰੀ ਇੱਕ ਪੰਕਤੀ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਲਈ ਵੀ ਸਤਿਗੁਰਾਂ ਦਾ ਧਿਆਨ ਧਰੋ, ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਸੁਰਤੀ ਨਾਲ ਹੀ ਦਰਸ਼ਨ ਕਰ ਲਈਏ, ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ। ਤੋ ਸਾਖਿਆਤ ਹੁਣ ਸਰੀਰ ਵਿੱਚ ਤਾਂ ਨਹੀਂ ਮਹਾਰਾਜ ਜੀ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਸੋ ਬਾਣੀ ਵਿੱਚੋਂ ਅਸੀਂ ਸਿਮਰੋ ਸ੍ਰੀ ਹਰਿ ਰਾਏ, ਬਾਣੀ ਦੇ ਦਰਸ਼ਨ ਕਰੀਏ, ਬਾਣੀ ਨੂੰ ਜਪੀਏ, ਬਾਣੀ ਨੂੰ ਧਿਆਈਏ, ਬਾਣੀ ਨੂੰ ਮੰਨੀਏ, ਇਸ ਮਾਰਗ ਦੇ ਉੱਤੇ ਚੱਲੀਏ। ਤੋ ਅਸੀਂ ਵੀ ਅੱਜ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਤੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਨੇ ਔਰ ਸਾਰੇ ਜਾਣੇ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਕਿ ਮਹਾਰਾਜ ਜੀ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਸਾਰੇ ਦੁੱਖ ਦੂਰ ਹੋ ਜਾਂਦੇ ਨੇ ਆਪ ਜੀ ਦੇ ਦਰਸ਼ਨਾਂ ਦੇ ਨਾਲ। 4 ਤਰ੍ਹਾਂ ਦੇ ਦੁੱਖ ਗੁਰੂ ਨਾਨਕ ਦੇਵ ਜੀ ਨੇ ਗਿਣੇ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਵਿਛੋੜੇ ਦਾ ਦੁੱਖ, ਕੋਈ ਸਾਡੇ ਤੋਂ ਵਿਛੜ ਜਾਵੇ ਨਾ, ਉਹ ਵੀ ਇੱਕ ਜਿਹੜੀ ਰੂਹ ਵਿਛੜੀ ਹੁੰਦੀ ਪਰਮਾਤਮਾ ਤੋਂ, ਇਹ ਬੜਾ ਵੱਡਾ ਦੁੱਖ ਹੈ। ਰੂਹ ਦਾ ਵਿਛੋੜੇ ਦਾ ਬਹੁਤ ਵੱਡਾ ਦੁੱਖ ਹੈ। ਆਪਣਾ ਕੋਈ ਪਿਆਰਾ ਵੀ ਚੱਲ ਜਾਵੇ ਤਾਂ ਵੀ ਅਸੀਂ ਦੁਖੀ ਹੁੰਦੇ ਹਾਂ, ਚਾਹੇ ਥੋੜੇ ਟਾਈਮ ਲਈ, ਇਹ ਵੀ ਦੁੱਖ ਹੈ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਭੁੱਖ ਦੀ ਦੁੱਖ। ਆਏ ਸਨ ਨਾ ਕਾਲੇ ਚੌਧਰੀ ਦੇ ਭਤੀਜੇ, ਰੋਟੀ ਮੰਗ ਰਹੇ ਸਨ, ਇੱਕ ਉਹ ਭੁੱਖ ਹੁੰਦੀ ਬਾਹਰੀ, ਇੱਕ ਸਾਡੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਸਾਨੂੰ ਲੱਗੀ ਹੋਈ ਹੈ। ਇੱਕ ਇਹ ਵੀ ਸਾਨੂੰ ਬੜਾ ਵੱਡਾ ਦੁੱਖ ਹੈ। ਤ੍ਰਿਸ਼ਨਾ ਸਾਨੂੰ ਜਿਹੜੀ ਟਿਕਣ ਨਹੀਂ ਦਿੰਦੀ, ਹੋਰ ਆ ਜਾਵੇ, ਹੋਰ ਆ ਜਾਵੇ। ਤੀਸਰਾ ਮਹਾਰਾਜ ਨੇ ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਡਰ। ਨਾ ਕਿੰਨਾ ਕਰੋਨਾ ਕਰਕੇ ਸਾਰੇ ਫੈਲਿਆ ਹੋਇਆ, ਡਰੀ ਹੋਈ ਹੈ ਦੁਨੀਆ। ਸੋ ਇਹ ਹਮੇਸ਼ਾ ਹੀ ਰਿਹਾ, ਸ਼ੁਰੂ ਤੋਂ ਮੌਤ ਦਾ ਡਰ ਇਹ ਰਹਿਣਾ ਹੀ ਹੈ। ਸੋ ਇੱਕ ਇਹ ਜਿਹੜਾ ਹੈ ਜੰਮ ਦਾ, ਮੌਤ ਦਾ ਡਰ। ਚੌਥਾ ਮਹਾਰਾਜ ਨੇ ਕਿਹਾ ਹੈ ਇੱਕ ਦੁੱਖ ਰੋਗ ਲੱਗੈ ਤਨ ਧਾਏ, ਸਰੀਰ ਨੂੰ ਜਿਹੜੇ ਰੋਗ ਆ ਜਾਂਦੇ ਨੇ, ਇਹ ਵੀ ਰੋਗੀ ਬੰਦਾ ਦੁਖੀ ਰਹਿੰਦਾ ਹੈ, ਕਸ਼ਟ ਜਦੋਂ ਹੁੰਦਾ ਹੈ ਸਰੀਰ ਨੂੰ। ਇਹ 4 ਤਰ੍ਹਾਂ ਦੇ ਦੁੱਖ ਗਿਣੇ ਨੇ। ਸੋ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਧਿਆਨ ਧਰੀਏ ਤਾਂ ਮਹਾਰਾਜ ਜੀ ਸਾਰਿਆਂ ਦੇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਜਿਸ ਡਿਠੈ ਸਭ ਦੁੱਖ ਜਾਏ। ਬਾਰੰਬਾਰ ਨਮਸਕਾਰਾਂ, ਬਾਰੰਬਾਰ ਨਮਸਕਾਰਾਂ। ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਦਿੱਲੀ ਪਹੁੰਚ ਕੇ ਉੱਥੇ ਚੇਚਕ ਦਾ ਰੋਗ ਫੈਲਿਆ, ਆਪ ਜੀ ਨੇ ਸੰਗਤਾਂ ਦਾ ਰੋਗ ਕਸ਼ਟ ਆਪਣੇ ਤਨ ਦੇ ਉੱਤੇ ਲੈ ਲਿਆ। ਦਾਤਾ ਜੀ ਅੱਜ ਵੀ ਸੰਸਾਰ ਵਿੱਚ ਰੋਗ ਫੈਲਿਆ ਹੋਇਆ, ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰੋ, ਮੇਰਾਂ ਦੇ ਘਰ ਵਿੱਚ ਆਓ, ਸੰਸਾਰ ਦਾ ਰੋਗ ਕਸ਼ਟ ਦੂਰ ਕਰੋ। ਦਾਤਾ ਜੀ ਸਰਬੱਤਰ ਸੁਖੀ ਵਸਣ, ਹਰ ਪਾਸੇ ਸ਼ਾਂਤੀ ਹੋਵੇ, ਸਾਰਿਆਂ ਦੇ ਮਨ ਨਿਰਮਲ ਹੋਣ, ਹਿਰਦਿਆਂ ਵਿੱਚ ਪ੍ਰੇਮ ਹੋਵੇ, ਆਪਸੀ ਪ੍ਰੇਮ ਵੀ ਹੋਵੇ, ਪ੍ਰਕਿਰਤੀ ਹਰੀ ਭਰੀ ਹੋਵੇ। ਦਾਤਾ ਜੀ ਰੋਗ ਸੋਗ ਬਿਘਨ ਕਸ਼ਟ ਸੰਸਾਰ ਦੇ ਹਰੋ। ਦਾਤਾ ਜੀ ਸਾਰਿਆਂ ਨੂੰ ਰਿਜ਼ਕ ਮਿਲੇ, ਸਭ ਦੇ ਘਰਾਂ ਵਿੱਚ ਬਰਕਤਾਂ ਹੋਵੇ, ਸਮਰਿੱਧੀ ਹੋਵੇ, ਸਭ ਦਾ ਲੋਕ ਸੁਖੀ ਪਰਲੋਕ ਸੁਹੇਲਾ ਕਰੋ। ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਿ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਆਪ ਦਿਆਲੂ ਕਿਰਪਾਲੂ ਬਖਸ਼ੰਤ ਪਿਤਾ ਹੋ। ਇਸ ਸੰਸਾਰ ਦੀਆਂ ਕੀਤੀਆਂ ਭੁੱਲਾਂ ਗਲਤੀਆਂ ਬਖਸ਼ ਕੇ ਦਾਤਾ ਜੀ ਆਪ ਜੀ ਆਪਣੀ ਇਸ ਧਰਤੀ ਨੂੰ ਹਰੀ ਭਰੀ, ਸੁੱਖਾਂ ਭਰੀ, ਸਮ੍ਰਿੱਧੀ ਭਰੀ, ਸੱਚਖੰਡ ਵਰਗਾ ਇਸ ਸੰਸਾਰ ਨੂੰ ਬਣਾਓ ਜੀ। ਇਹੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ। ਕੋਟਾਨ ਕੋਟਾਨ ਸ਼ੁਕਰਾਨਾ ਸਤਿਗੁਰਾਂ ਦਾ, ਕੋਟਾਨ ਕੋਟਾਨ ਸ਼ੁਕਰਾਨਾ ਸਾਰੀਆਂ ਸੰਗਤਾਂ ਦਾ। ਸੰਗਤ ਜੀ ਆਪਣੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਬਣਾ ਕੇ ਰੱਖਣਾ। ਆਪ ਜੀ ਦੀ ਚਰਨਾਂ ਦੀ ਧੂੜੀ ਦੇ ਪਿੱਛੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।